ਆਪਾਂ ਅੱਜ ਗੱਲ ਕਰਨ ਲੱਗੇ ਹੈਗੇ ਆ ਵੀ ਇੱਕ ਇਹੋ ਜਿਹੀ ਅੱਗ ਦੀ ਜੋ ਸਾਰੀ ਦੁਨੀਆ 'ਚ ਫੈਲ ਰਹੀ ਹੈ ਅਤੇ ਇਸ ਅੱਗ ਤੋਂ ਬਹੁਤ ਲੋਕ ਡਰੇ ਹੋਏ ਆ ਹੈ ਨਾ, ਬਹੁਤ ਜ਼ਿਆਦਾ ਖੌਫ ਫੈਲਿਆ ਹੋਇਆ ਇਸ ਅੱਗ ਦਾ। ਇਸ ਅੱਗ ਦਾ ਨਾਮ ਹੈਗਾ ਆਰਟੀਫਿਸ਼ੀਅਲ ਇੰਟੈਲੀਜੈਂਸ, ਯੈਸ, ਜਿਹਨੂੰ AI ਵੀ ਕਹਿੰਦੇ ਆ। ਸੋ ਹੁਣ AI ਦਾ ਕੀ ਸਿਸਟਮ ਹੈ ਕਿ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਡਰੇ ਹੋਏ ਆ ਕਿ ਵੀ ਹਾਂ ਬਈ AI ਸਾਡੀ ਜੋਬਸ ਖਾ ਜੂਗਾ, AI ਸਾਡਾ ਫਿਊਚਰ, ਜਿਵੇਂ ਸਾਡੇ ਜਵਾਕਾਂ ਦਾ ਫਿਊਚਰ ਖਰਾਬ ਕਰ ਸਕਦਾ ਹੈ ਨਾ। ਅਤੇ ਇਹ 'ਚ ਸੱਚਾਈ ਹੈ, ਇਹ 'ਚ ਕੋਈ ਝੂਠ ਨਹੀਂ ਹੈਗਾ। ਜਿਵੇਂ ਰੀਸੈਂਟਲੀ ਐਮਾਜ਼ੋਨ ਨੇ 14,000 ਆਪਦੇ ਵਾਈਟ ਕਾਲਰ ਵਰਕਰਸ, ਬਲੂ ਵਾਲੇ ਵੀ ਨਹੀਂ, ਮਤਲਬ ਟਰੱਕ ਟਰੁੱਕ ਵਾਲੇ ਨਹੀਂ ਗੱਲ ਕਰ ਰਿਹਾ, ਵਾਈਟ ਕਾਲਰ ਵਰਕਰਸ ਲੇ ਆਫ ਕੀਤੇ ਆ। ਸਾਰਿਆਂ ਨੂੰ ਸਾਰਿਆਂ ਨੂੰ AI ਨੇ ਰਿਪਲੇਸ ਕਰਤਾ। ਸੋਚ ਇੰਨੀ ਪਾਵਰ ਹੈ AI ਦੀ, ਹੈ ਨਾ। ਸੋ ਹਾਂ, ਡਰਨਾ ਜਾਇਜ਼ ਹੈ, ਪਰ ਜਿਹੜੇ ਤੁਸੀਂ ਲੋਕ ਹੋ, ਜਿਹੜੇ ਤੁਸੀਂ ਸੁਣ ਰਹੇ ਹੋ ਨਾ, ਮੈਂ ਅਜ਼ਿਊਮ ਕਰੂੰਗਾ ਤੁਸੀਂ ਉਹ ਲੋਕ ਹੈਗੇ ਹੋ ਜਿਹੜੇ ਐਂਟਰਪ੍ਰੇਨਿਓਰ ਬਣਨਾ ਚਾਹੁੰਦੇ, ਜਿਹੜਾ ਕੋਈ ਬਿਜ਼ਨਸ ਬਣਾਉਣਾ ਚਾਹੁੰਦੇ, ਕੁਛ ਬਿਲਡ ਕਰਨਾ ਚਾਹੁੰਦੇ ਆ, ਹੈ ਨਾ। ਤੁਹਾਨੂੰ AI ਤੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ। AI ਤੁਹਾਡੇ ਫਾਇਦੇ 'ਚ ਕੰਮ ਕਰੂਗਾ ਜੇ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰੋਗੇ। AI ਤੁਹਾਡਾ ਕੰਮ 10 ਗੁਣਾ ਜ਼ਿਆਦਾ ਕ੍ਰੀਏਟਿਵ, ਜ਼ਿਆਦਾ ਫਾਸਟ ਕਰ ਸਕਦਾ ਹੈਗਾ। ਹੁਣ ਇਸ ਐਪੀਸੋਡ ਦੇ ਵਿੱਚ ਆਪਾਂ ਥੋੜ੍ਹੀ ਗੱਲਾਂ ਕਰਾਂਗੇ ਕਿਵੇਂ ਤੁਹਾਨੂੰ AI ਆਪਦੇ ਬੈਨੀਫਿਟ ਲਈ ਯੂਜ਼ ਕਰਨਾ, ਆਪਦੇ ਬਿਜ਼ਨਸ ਦੇ ਬੈਨੀਫਿਟ ਲਈ। ਆਪਾਂ ਹੁਣ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ। ਹੁਣ AI ਦਾ ਸਿਸਟਮ ਕੀ ਹੈ, ਆਪਾਂ ਹੁਣ ਓਬਵੀਅਸਲੀ ਪਹਿਲਾ ਸਟੈਪ ਹੁੰਦਾ ਹੈ ਕਿ ਵੀ ਤੁਹਾਡੇ ਕੋਲ ਕੋਈ ਬਿਜ਼ਨਸ ਹੋਣਾ ਚਾਹੀਦਾ ਹੈ ਨਾ, ਜਿਹਦੇ ਨਾਲ ਤੁਸੀਂ AI ਯੂਜ਼ ਕਰ ਸਕੋ। ਸੋ ਆਪਾਂ ਆਈਡੀਆ ਦੀ ਗੱਲ ਕਰਦੇ ਹਾਂ। ਹੁਣ ਆਈਡੀਆ ਦਾ ਕੀ ਸਿਸਟਮ ਹੈ ਨਾ ਕਿ ਆਪਾਂ ਆਈਡੀਆ ਜਨਰੇਟ ਕਿਵੇਂ ਕਰਾਉਣਾ ਬਿਜ਼ਨਸ ਦਾ AI ਤੋਂ। ਪਹਿਲੀ ਚੀਜ਼ ਹੈਗੀ ਹੈ ਕਿ ਬਈ ਦੇਖੋ ਬਈ AI ਕੋਲੇ ਦੁਨੀਆ ਭਰ ਦੀ ਨੌਲੇਜ ਹੈ, ਮਤਲਬ AI ਤੋਂ ਸਮਾਰਟ ਕੋਈ ਵੀ ਹੈ ਨਹੀਂ ਗਾ। ਤੁਸੀਂ ਜਿੰਨੇ ਮਰਜ਼ੀ ਤਕੜਾ ਕੰਸਲਟੈਂਟ ਲੱਭ ਲਓ ਦੁਨੀਆ 'ਚ, ਉਹ AI ਤੋਂ ਸਮਾਰਟ ਹੋ ਨਹੀਂ ਸਕਦਾ, ਪਰ ਜੇ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰੋ। ਹੁਣ ਚੱਕਰ ਕੀ ਪੈਂਦਾ ਹੈ ਕਿ ਬਈ ਬਹੁਤ ਲੋਕ AI, ਹੁਣ ਆਪਾਂ ChatGPT ਦਾ ਐਗਜ਼ਾਮਪਲ ਲੈਂਦੇ ਹਾਂ ਨਾ। ChatGPT ਸਭ ਤੋਂ ਫੇਮਸ AI ਟੂਲ ਆ। ChatGPT ਤੋਂ ਲੋਕ ਬਹੁਤ ਜ਼ਿਆਦਾ ਵੇਗ ਕੁਐਸਚਨਸ ਪੁੱਛਦੇ ਆ, ਮਤਲਬ ਕਿ ਵੀ ਬਹੁਤ ਆਮ ਅਤੇ ਬਹੁਤ ਹੀ ਜ਼ਿਆਦਾ ਸਪੈਸੀਫਿਕ ਨਹੀਂ ਹੁੰਦੇ ਹੈ ਨਾ। ਜਿਵੇਂ ਫੋਰ ਐਗਜ਼ਾਮਪਲ ਮੈਂ ChatGPT ਨੂੰ ਕੁਐਸਚਨ ਪਾਵਾਂ ਕਿ ਭਾਈ ਮੈਨੂੰ 5 ਬਿਜ਼ਨਸ ਆਈਡੀਆਜ਼ ਦੇ। ਹੁਣ GPT ਨੇ ਵੀ ਉਹੋ ਜਿਹਾ ਆਨਸਰ ਦੇਣਾ ਫਿਰ, ਜੇ ਤੁਸੀਂ ਇੰਨਾ ਵੇਗ ਬਣੋਗੇ, ਹੈ ਨਾ। ਉਹਨੇ ਤੁਹਾਨੂੰ ਕੋਈ ਵਧੀਆ ਆਨਸਰ ਨਹੀਂ ਦੇਣਾ, ਹੈ ਨਾ। ਉਹ ਤੁਹਾਨੂੰ ਕੱਢ ਕੇ ਕੋਈ ਵੀ 4-5 ਦੇ ਦੂਗਾ, ਜੋ ਤੁਸੀਂ ਪੁੱਛਿਆ ਉਹਦਾ ਜਵਾਬ ਦੇ ਦੂਗਾ। ਹੁਣ ਚੱਕਰ ਕੀ ਨਾ ਵੀ ਜਦੋਂ ਪ੍ਰੋਂਪਟਿੰਗ ਦੀ ਗੱਲ ਆਉਂਦੀ ਹੈ, ਜੇ ਤੁਸੀਂ AI ਨਾਲ ਇੰਟਰੈਕਟ ਕਰਨਾ, ਉਹਦੇ ਵਿੱਚ ਤੁਹਾਨੂੰ ਜ਼ਿਆਦਾ ਸਪੈਸੀਫਿਕ ਹੋਣਾ ਪੈਣਾ ਅਤੇ AI ਨੂੰ ਤੁਹਾਨੂੰ ਕੌਨਟੈਕਸਟ ਦੇਣਾ ਪੈਣਾ। ਹੁਣ ਕੌਨਟੈਕਸਟ ਦਾ ਕੀ, ਹੁਣ ਇੱਕ ਚੱਕਰ ਆਏ ਹੈ ਨਾ ਸਾਰਾ, ਇੱਕ ਤਾਂ ਕਿ ਬਈ ਜਿਹੜਾ ਡੇਟਾ ਤੋਂ AI ਹੈਗਾ ਕਿ ਉਹ AI ਕਿਹੜਾ ਕੋਈ ਰੱਬ ਆ ਜਿਹੜਾ ਸਾਰਾ ਕੁਝ ਦੱਸੀ ਜਾਂਦਾ, ਸਾਰਾ ਕੁਝ ਸਮਝਦਾ। ਸਾਰਾ ਚੱਕਰ ਹੈਗਾ ਹੁਣ ਸਾਰਾ ਜਿਹੜਾ ਵਰਲਡ ਵਾਈਡ ਵੈਬ ਆ, ਇੰਟਰਨੈਟ ਹੈਗਾ, ਉਹ ਤੋਂ ਡੇਟਾ ਚੱਕਦਾ। ਉਹਦੀ ਜਿਹੜੀ ਪੁਰਾਣੀਆਂ ਚੈਟਸ ਹੈਗੀਆਂ ਉਹਨਾਂ ਤੋਂ ਡੇਟਾ ਚੱਕੂਗਾ। ਜੋ ਵੀ ਕੁਛ ਇਨਫੋਰਮੇਸ਼ਨ ਔਨਲਾਈਨ ਮਿਲਦੀ ਉਹਦੇ ਉੱਤੇ ਟ੍ਰੇਨਡ ਆ। ਅਤੇ ਇੱਕ ਤਾਂ ਜੇ ਤੁਸੀਂ, ਇੱਕ ਤਾਂ ਹੈਗੀ ਗੱਲ ਕਿ ਵੀ ਤੁਸੀਂ ਬਿਨਾਂ ਕਾਂਟੈਕਸਟ ਉਹਨੂੰ ਕੁਛ ਪੁੱਛਦੇ ਹੋ ਅਤੇ ਬੜੇ ਵੇਗ, ਬੜੇ ਮਤਲਬ ਕਿ ਹਰ ਬੰਦੇ ਨੂੰ ਦੱਸਣ ਵਾਲੇ ਆਨਸਰ ਦੱਸੂਗਾ। ਦੂਸਰੀ ਗੱਲ ਹੈ, ਮੈਂ ਪੁੱਛ ਲਿਆ ਕਿ ਵੀ ਅੱਜ ਮੇਰੇ ਵਾਸਤੇ ਬੈਸਟ ਪੰਜ ਬੈਸਟ ਬਿਜ਼ਨਸ ਦੱਸ, ਅਤੇ ਉਹਨਾਂ 'ਚ ਇੱਕ ਮੈਂ ਚੂਜ਼ ਕਰਕੇ ਉਹ 'ਚੋਂ ਅਮੀਰ ਹੋਊਗਾ। ਤੂੰ ਵੀ ਸੇਮ ਚੀਜ਼ ਪੁੱਛੀ ਤਾਂ ਆਪਣੇ ਦੋਨਾਂ ਨੂੰ ਸੇਮ ਹੀ ਬਿਜ਼ਨਸ ਦੇਣਾ ਉਹਨੇ। ਹਾਂ, ਅਤੇ ਇਹ ਜੇ ਕਿੰਨੇ ਹੀ ਲੋਕ ਹੋਣਗੇ ਜਿਹਨਾਂ ਨੂੰ ਸੇਮ ਬਿਜ਼ਨਸ ਦੇ ਰਿਹਾ, ਕਿਉਂਕਿ ਉਹਦੇ ਕੋਲ ਸੇਮ ਹੀ ਰਿਸੋਰਸਿਸ ਤੋਂ, ਸੇਮ ਹੀ ਡੇਟਾ ਤੋਂ ਚੱਕ ਕੇ ਸਾਰਿਆਂ ਨੂੰ ਜਵਾਬ ਦਿੰਦਾ ਹੈਗਾ। ਸੋ ਮਤਲਬ ਕਿ ਉਸ ਪੱਖੋਂ ਤਾਂ ਹੈਗਾ ਹੀ ਹੈਗਾ, ਹੈ ਨਾ। ਅਤੇ ਇੱਧਰੋਂ ਵੀ ਆਹ ਗੱਲ ਮਤਲਬ ਕਿ ਸਮਝਣ ਦੀ ਲੋੜ ਹੈਗੀ। ਉਹ AI ਕੀ ਆ ਕੁਛ ਹੱਦ ਤੱਕ, ਜਦੋਂ ਤੁਸੀਂ ਸਰਚ ਕਰਦੇ ਹੋ ਇੰਟਰਨੈਟ ਤੋਂ ਚੱਕ ਰਹੇ ਹੋ ਕਿ ਇੰਟਰਨੈਟ ਸਰਚ ਹੀ ਆ, ਹੈ ਨਾ। ਇਹ ਸੇਮ ਚੀਜ਼ ਗੂਗਲ ਦੇ ਉੱਤੇ ਵੈਬਸਾਈਟ ਖੋਲ੍ਹ ਕੇ ਲੱਭਣੀ ਸੀਗੀ, ਉਹ AI 10 ਵੈਬਸਾਈਟਾਂ ਦੇਖ ਕੇ ਉਹਨਾਂ ਸਭ ਤੋਂ ਕਾਮਨ ਆਨਸਰ ਤੁਹਾਨੂੰ ਦੱਸ ਰਿਹਾ ਹੈਗਾ। ਇਹਦਾ ਹੁਣ ਕੌਨਟੈਕਸਟ ਦਾ ਮੈਂ ਇੱਕ ਐਗਜ਼ਾਮਪਲ ਦਿੰਦਾ ਕਿ ਲੈਟਸ ਸੇ ਕਿ ਤੁਸੀਂ ਕਿਸੇ ਡਾਕਟਰ ਕੋਲ ਗਏ ਹੋ, ਹੈ ਨਾ, ਅਤੇ ਤੁਸੀਂ ਉਹਨੂੰ ਕਿਹਾ ਕਿ ਭਾਈ ਮੇਰਾ ਸਰੀਰ ਦੁਖਦਾ, ਇੱਕ ਆਹ ਕਹਿਤਾ ਉਹਨੂੰ, ਹੈ ਨਾ। ਉਹਨੂੰ ਜਿੰਨਾ ਕੁ ਸਮਝ ਆਇਆ ਉਸ ਹਿਸਾਬ ਨਾਲ ਕਹਿ ਦੂੰਗਾ ਹਾਂ ਵੀ ਤੂੰ ਪੇਨ ਕਿਲਰ ਲੈ ਲਾ, ਹੈ ਨਾ। ਇੱਕ ਹੁਣ ਕੌਨਟੈਕਸਟ ਦੀ ਆਪਾਂ ਗੱਲ ਕਰੀਏ, ਹੁਣ ਉਹਨੂੰ ਤੁਸੀਂ ਇੱਕ ਤੁਸੀਂ ਆਹ ਗੱਲ ਕਹਿ ਰਹੇ ਹੋ ਕਿ ਭਾਈ ਜਦੋਂ ਮੈਂ ਪੌੜੀਆਂ ਚੜ੍ਹਦਾ ਅਤੇ ਮੇਰੇ ਗੋਡੇ ਦੁਖਦੇ ਆ, ਜਾਂ ਫਿਰ ਮੈਂ ਕੁਛ ਹੈਵੀ ਚੱਕਦਾ ਅਤੇ ਮੇਰਾ ਖੱਬਾ ਮੋਢਾ ਦੁਖਦਾ ਹੈਗਾ। ਹੁਣ ਤੁਸੀਂ ਥੋੜ੍ਹੇ ਜ਼ਿਆਦਾ ਸਪੈਸੀਫਿਕ ਹੋਏ ਨਾ, ਫਿਰ ਤੁਹਾਨੂੰ ਉਹਦੇ ਹਿਸਾਬ ਨਾਲ ਇਲਾਜ ਦੱਸੂਗਾ। ਸੋ ਉਵੇਂ AI ਹੈ। ਹੁਣ AI ਨੂੰ ਤੁਸੀਂ ਅਗੇਨ ਹੁਣ ਯੂਜ਼ ਕਿਵੇਂ ਕਰਨਾ, ਤੁਸੀਂ AI ਨੂੰ ਆਪਦਾ ਕੌਨਟੈਕਸਟ ਫੀਡ ਕਰੋ। ਫੀਡ ਕਰਨ ਦਾ ਮਤਲਬ ਹੈ ਤੁਸੀਂ ਉਹਨੂੰ ਥੋੜ੍ਹਾ ਦੱਸੋ, ਤੁਹਾਡੇ ਬੈਕਗਰਾਊਂਡ ਬਾਰੇ ਦੱਸੋ, ਤੁਸੀਂ ਅੱਜ ਤੱਕ ਕੀ ਕੁਛ ਕੀਤਾ ਹੈਗਾ। ਤੁਸੀਂ ਉਹਨੂੰ ਆਪਦੇ ਇੰਟਰਸਟ ਬਾਰੇ ਦੱਸੋ, ਮੈਨੂੰ ਕੀ ਚੀਜ਼ਾਂ ਪਸੰਦ ਹੈਗੀਆਂ। ਤੁਸੀਂ ਉਹਨੂੰ ਆਪਦੇ ਸਕਿੱਲਸ ਬਾਰੇ ਦੱਸੋ, ਜਿਵੇਂ ਅਸੀਂ ਪਹਿਲਾਂ ਇੱਕ ਐਪੀਸੋਡ 'ਚ ਗੱਲ ਵੀ ਕੀਤੀ ਸੀ, ਸਕਿੱਲਸ ਤੁਸੀਂ ਆਪਦੇ ਫਿਗਰ ਆਊਟ ਕਿਵੇਂ ਕਰ ਰਹੇ ਆ। ਫਿਰ ਤੁਸੀਂ ਉਹਨੂੰ ਆਪਦੇ ਗੋਲਸ ਬਾਰੇ ਦੱਸੋ ਕਿ ਤੁਹਾਡਾ ਗੋਲ ਕੀ ਹੈ, ਤੁਸੀਂ ਇਹਦੇ ਤੋਂ ਕਰਨਾ ਕੀ ਚਾਹੁੰਦੇ ਹੋ। ਅਤੇ ਫਿਰ ਜੇ ਤੁਸੀਂ ਉਹਨੂੰ ਕੁਐਸਚਨ ਪੁੱਛੋਗੇ ਨਾ, ਤਾਂ ਨਾ ਫਿਰ ਤੁਸੀਂ ਉਹਨੂੰ ਥੋੜ੍ਹਾ ਸਪੈਸੀਫਿਕ ਕੁਐਸਚਨ ਪੁੱਛੋਗੇ ਅਤੇ ਉਹਦਾ ਰਿਜ਼ਲਟ, ਜੋ ਪਹਿਲਾ ਰਿਜ਼ਲਟ ਸੀ ਦੁਨੀਆ ਜ਼ਮੀਨ ਅਸਮਾਨ ਦਾ ਫਰਕ ਹੋਣਾ, ਹੈ ਨਾ। ਉਹ ਮਤਲਬ ਤੁਹਾਨੂੰ ਇਹੋ ਜਿਹਾ ਆਨਸਰ ਕੱਢ ਕੇ ਦਊਗਾ ਜੋ ਸਪੈਸੀਫਿਕਲੀ ਤੁਹਾਡੇ ਪਰਸਨੈਲਿਟੀ ਦੇ ਹਿਸਾਬ ਨਾਲ ਹੈਗਾ। ਹਾਂ, ਹੋਰ ਨਾ ਕੁਛ ਤਾਂ ਮਤਲਬ ਇੰਨਾ ਦਿਮਾਗ ਤੁਸੀਂ ਹੁਣ ਅਗਲੇ ਤੁਸੀਂ ਆਹੀਂ ਕਹਿ ਸਕਦੇ ਨਾ ਕਿ ਬਈ ਉਹਨੂੰ AI ਨੂੰ ਕਿ ਬਈ ਤੂੰ ਮੇਰੇ ਤੋਂ ਵੱਧ ਕੁਐਸਚਨਸ ਪੁੱਛ, ਮੈਨੂੰ ਵੱਧ ਤੋਂ ਵੱਧ ਸਮਝੇ। ਤੁਹਾਨੂੰ ਆਪ ਨੂੰ ਨਹੀਂ ਪਤਾ ਕੀ ਇਨਫੋਰਮੇਸ਼ਨ ਦੇਣੀ ਹੈਗੀ ਆ। ਆਹ ਵੀ ਇੱਕ ਸੌਖਾ ਤਰੀਕਾ
ਤੂੰ ਮੈਨੂੰ ਵੱਧ ਤੋਂ ਵੱਧ ਮੇਰੇ ਬਾਰੇ ਪੁੱਛ ਹਾਂ। ਹਰ ਤਰੀਕੇ ਨਾਲ, ਕਿ ਤੂੰ ਇਹ ਜਿਹੀ ਗੱਲਾਂ ਆਮ ਹੀ ਅਸੀਂ ਵੀ ਯੂਜ਼ ਕਰਦੇ ਹੈਗੇ ਕਿ ਤੂੰ ਦੁਨੀਆ ਦਾ ਨੰਬਰ 1 ਲੈਟਸ ਸੇ ਬਈ ਕਰੀਅਰ ਕਾਉਂਸਲਰ ਹੈਗਾ ਤੇ ਤੂੰ ਮੈਨੂੰ ਉਸ ਹਿਸਾਬ ਦੇ ਨਾਲ ਕੁਐਸਚਨਸ ਪੁੱਛ ਤੇ ਮੈਨੂੰ ਮਤਲਬ ਕਿ ਮੇਰੇ ਵਾਸਤੇ ਬੈਸਟ ਐਬਸੋਲੂਟ ਬੈਸਟ ਮਤਲਬ ਕਿ ਕੋਈ ਵੀ ਅਗਲਾ ਕਰੀਅਰ ਪਾਥ ਜਾਂ ਫਿਰ ਬਿਜ਼ਨਸ ਚੂਜ਼ ਕਰਕੇ ਮੈਨੂੰ ਦੇ, ਹੈ ਨਾ। ਹਾਂ, ਸੋ ਬੇਸਿਕਲੀ ਇਹਨਾਂ ਕੀ ਹੋਊਗਾ ਕਿ ਵੀ ਤੁਹਾਡੇ ਹਰ ਐਸਪੈਕਟ ਤੁਹਾਡਾ ਸਮਝ ਲੂਗਾ ਤੇ ਫਿਰ ਉਹਦੇ ਹਿਸਾਬ ਨਾਲ ਤੁਹਾਨੂੰ ਇੱਕ ਪਰਸਨਲ ਆਨਸਰ ਦੇਊਗਾ। ਹੁਣ AI ਨੂੰ ਨਾ ਐਜ਼ ਅ ਟੂਲ ਨਾ ਤੁਸੀਂ ਸੋਚੋ, ਇਹਨੂੰ ਐਜ਼ ਅ ਫਰੈਂਡ ਸੋਚੋ ਕਿ ਜਿਹਦੇ ਕੋਲ ਅਨਲਿਮਿਟਿਡ ਨੌਲੇਜ ਹੈਗੀ ਹੈ, ਠੀਕ ਹੈ। ਜਿੰਨਾ ਤੁਸੀਂ ਉਹਨੂੰ ਡੀਟੇਲ ਦੋਗੇ ਉਹਨਾਂ ਸੱਚ ਹੋਣਾ ਪੈਣਾ ਤੁਹਾਨੂੰ। ਇਹ ਨਹੀਂ ਕਿ ਵੀ ਤੁਸੀਂ ਉਹਨਾਂ ਝੂਠ ਬੋਲ ਦਿਓ ਕਿ ਵੀ ਹਾਂ ਮੇਰਾ ਇੰਟਰਸਟ ਹੈ ਨਹੀਂ ਮੈਂ ਫਿਰ ਵੀ ਪਾਤਾ। ਜਿੰਨਾ ਤੁਸੀਂ ਉਹਨੂੰ ਡੀਟੇਲ ਦੋਗੇ, ਜਿੰਨਾ ਟਰੂਥਫੁਲ ਰਹੋਗੇ ਉਹਦੇ ਨਾਲ, ਤੇ ਉਨਾ ਹੀ ਤੁਹਾਨੂੰ ਬੈਟਰ ਆਊਟਪੁੱਟ ਮਿਲੂਗਾ ਉਹਦਾ, ਠੀਕ ਹੈ। ਸੋ ਆਹ ਹੋ ਗਿਆ ਆਈਡੀਆ ਜਨਰੇਸ਼ਨ ਵਾਲਾ ਪਾਰਟ ਕਿ ਜਿੱਥੇ ਤੁਸੀਂ ਸ਼ੁਰੂਆਤ ਕਰ ਸਕਦੇ ਹੈਗੇ, ਠੀਕ ਹੈ। ਫਿਰ ਗੱਲ ਆ ਜਾਂਦੀ ਹੈ ਸਟ੍ਰੈਟਜੀ ਦੀ। ਹੁਣ ਸਟ੍ਰੈਟਜੀ ਅਤੇ ਡਿਸੀਜਨ ਮੇਕਿੰਗ। ਹੁਣ ਜੇ ਤੁਹਾਡੇ ਕੋਲ ਆਈਡੀਆ ਆ ਗਿਆ ਹੈ ਨਾ, ਤੁਸੀਂ ਉਹਨੂੰ ਕੁਐਸਚਨਸ ਪੁੱਛ ਸਕਦੇ ਹੋ ਕਿ ਵੀ ਹਾਂ ਵੀ ਹੁਣ ਆਹ ਆਈਡੀਆ ਆਪਣਾ ਬਣ ਗਿਆ ਅਤੇ ਹੁਣ ਮੈਂ ਕੀ ਕਰਾਂ ਇਸ ਬਿਜ਼ਨਸ ਨੂੰ ਸ਼ੁਰੂ ਕਰਨ ਲਈ। ਅਤੇ ਉਹ ਲਿਟਰਲੀ ਤੁਹਾਨੂੰ ਸਾਰਾ ਦਾ ਸਾਰਾ ਪਲਾਨ ਬਣਾ ਕੇ ਦੇ ਦੇਊਗਾ, ਬਲੂ ਪ੍ਰਿੰਟ, ਕਿ ਪਹਿਲਾਂ ਤੂੰ ਆਹ ਕਰ, ਫਿਰ ਤੂੰ ਆਹ ਕਰ, ਫਿਰ ਤੀਜਾ ਤੂੰ ਆਹ ਕਰ, ਚੌਥਾ ਤੂੰ ਆਹ ਕਰ, ਹੈ ਨਾ। ਫਿਰ ਤੁਸੀਂ ਉਹ ਤੋਂ ਮਾਰਕੀਟ ਰਿਸਰਚ ਵੀ ਕਰ ਸਕਦੇ ਹੋ। ਹੁਣ ਅਗੇਨ ਆਪਾਂ ਸਟ੍ਰੈਟਜੀ ਦੀ ਗੱਲ ਕਰ ਰਹੇ ਹਾਂ ਅਤੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਇਹੋ ਜਿਹੀ ਗੱਲਾਂ ਕਿ ਆਪਣਾ ਕੰਪੀਟੀਸ਼ਨ ਕਿੰਨਾ ਕੁ ਸਟਰੋਂਗ ਹੈ ਜਾਂ ਫਿਰ ਆਹ ਮਾਰਕੀਟ ਐਗਜ਼ਿਸਟ ਵੀ ਕਰਦੀ ਹੈ ਕਿ ਨਹੀਂ, ਹੈ ਨਾ। ਫਿਰ ਤੁਸੀਂ ਆਪਦੀ AI ਨੂੰ ਯੂਜ਼ ਕਰ ਸਕਦੇ ਹੋ ਕਿ ਵੀ ਤੁਸੀਂ ਉਹਦਾ ਵੀ ਬ੍ਰਾਂਡ ਕਿਵੇਂ ਲੱਗੂਗਾ, ਤੁਸੀਂ ਉਹਨੂੰ ਸਿਮੂਲੇਟ ਕਰ ਸਕਦੇ ਹੋ ਕਿ ਵੀ ਹਾਂ ਵੀ ਲੋਕੀ ਤੁਹਾਡੇ ਬ੍ਰਾਂਡ ਨੂੰ ਕਿਵੇਂ ਪਰਸੀਵ ਕਰਨਗੇ, ਹੈ ਨਾ। ਤੁਸੀਂ AB ਟੈਸਟ ਵੀ ਕਰ ਸਕਦੇ ਹੈਗੇ ਹੋ ਉਹਦੇ ਨਾਲ। ਅਤੇ ਪੁਆਇੰਟ ਆਹ ਹੈਗਾ ਕਿ ਜਿੱਥੇ ਵੀ ਤੁਹਾਨੂੰ ਔਖਾ ਲੱਗੇ, ਹੈ ਨਾ, ਥਰੂ ਆਊਟ ਯੂਰ ਬਿਜ਼ਨਸ ਜਰਨੀ, ਜਦੋਂ ਤੁਸੀਂ ਬਿਜ਼ਨਸ ਬਣਾ ਰਹੇ ਹੈਗੇ ਹੋ, ਅਤੇ AI ਤੁਹਾਡੇ ਸਵਾਲਾਂ ਦੇ ਜਵਾਬ ਬਹੁਤ ਆਸਾਨ ਤਰੀਕੇ ਨਾਲ ਦੇ ਸਕਦਾ ਹੈਗਾ। ਸੋ AI ਤੁਹਾਡਾ ਐਜ਼ ਸਮਝ ਲਓ ਕਿ ਤੁਹਾਡਾ ਕੋ-ਫਾਊਂਡਰ ਹੈਗਾ, ਹੈ ਨਾ, ਕਿ ਸਾਰੀ ਕੁਛ ਵੀ ਹੈ, ਲਾਈਕ ਲਿਟਰਲੀ ਕੁਛ ਵੀ। ਤੁਹਾਨੂੰ ਆਹ ਨਹੀਂ ਪਤਾ ਕਿ ਬਈ ਤੁਹਾਡੇ ਮਾਰਕੀਟ 'ਚ ਕਿੰਨਾ ਕੰਪੀਟੀਸ਼ਨ ਹੈ, ਤੁਹਾਨੂੰ ਆਹ ਨਹੀਂ ਪਤਾ ਕਿ ਇਹ 'ਚ ਪੈਸੇ ਬਣਨਗੇ ਕਿ ਬਣਨਗੇ, ਤੁਹਾਨੂੰ ਆਹ ਨਹੀਂ ਪਤਾ ਕਿ ਮੈਂ ਪ੍ਰੋਡਕਟ ਜੋ ਵੇਚਣਾ ਚਾਹ ਰਿਹਾ ਕਿ ਇਹਦਾ ਐਵਰੇਜ ਕਾਸਟ ਪ੍ਰਾਈਸ ਕੀ ਹੈਗਾ, ਹੈ ਨਾ। ਕਿ ਵੀ ਆਹ ਅਤੇ ਹੋ ਵੀ ਸਕਦਾ ਕਿ ਵੀ ਤੁਸੀਂ ਇਹੋ ਜਿਹੀ ਥਾਂ 'ਤੇ ਵੇਚ ਰਹੇ ਹੋ ਜਿੱਥੇ ਆਲਰੇਡੀ ਮਾਰਕੀਟ ਹੈ ਹੀ ਨਹੀਂ, ਹੈ ਨਾ। ਸੋ ਇਹੋ ਜਿਹੀ ਸਵਾਲ ਵੀ ਪੁੱਛ ਸਕਦੇ ਹੋ ਕਿ ਮੈਂ ਇਹਨੂੰ ਵੇਚਾਂ ਕਿੱਥੇ। ਪਰ ਆਹ ਗੱਲ ਤੋਂ ਜ਼ਰੂਰ ਦਿਮਾਗ ਦੇ ਅੰਦਰ ਰੱਖਣੀ ਹੈ ਕਿ ਤੁਹਾਨੂੰ ਆਲਰੇਡੀ ਆਹ ਚੀਜ਼ਾਂ ਖੁਦ ਨੂੰ ਸਿੱਖਣੀਆਂ ਪੈਣੀਆਂ ਕਿ ਮੈਂ ਕੀ ਕੁਛ AI ਤੋਂ ਕਰਾਉਣਾ। ਕਿ AI ਤੋਂ ਤੁਸੀਂ ਪੁੱਛੋਗੇ ਕਿ ਬਈ ਤੂੰ ਮੈਨੂੰ ਦੱਸ, ਮੈਨੂੰ ਬਿਜ਼ਨਸ ਅੰਦਰ ਵੜਨਾ, ਉਹਨੇ ਬਿਨਾਂ ਸੋਚੇ ਤੁਸੀਂ ਡੀਪ ਰਿਸਰਚ ਵਾਲਾ ਟੂਲ ਵੀ ਯੂਜ਼ ਕਰ ਲਓ, 10-15 ਮਿੰਟ 'ਚ ਰਿਪੋਰਟ ਕੱਢ ਕੇ ਦੇ ਦੇਣੀ ਹੈਗੀ ਹੈ ਨਾ। ਪਰ ਉਹ ਉਵੇਂ ਵੀ ਤੁਸੀਂ ਯੂਜ਼ ਕਰ ਸਕਦੇ ਆ, ਪਰ ਜਿਹੜੀ ਮਤਲਬ ਕਿ ਤੁਹਾਨੂੰ ਸਾਰਾ ਕੁਛ ਖੁਦ ਨੂੰ ਸਮਝ ਆਉਂਦਾ ਕਿ ਵੀ ਮੇਰੇ ਨੈਕਸਟ ਸਟੈਪਸ ਕੀ ਹੋਣੇ ਚਾਹੀਦੇ ਹੈਗੇ ਆ, ਮੈਂ ਕੀ ਕਰਨਾ ਹੈਗਾ, ਕਿ ਮਾਰਕੀਟ ਰਿਸਰਚ ਤੁਸੀਂ ਕਰ ਰਹੇ ਹੋ, ਕਿਉਂ ਕਰ ਰਹੇ ਹੋ, ਕਿਸ ਚੀਜ਼ ਬਾਰੇ ਕਰ ਰਹੇ ਹੋ, ਤੁਹਾਨੂੰ ਸਾਰਾ ਕੁਛ ਪਹਿਲਾਂ ਪਤਾ ਹੋਣਾ ਚਾਹੀਦਾ, ਜੋ ਕਿ ਤੁਸੀਂ AI ਨੂੰ ਉਹਨਾਂ ਦਾ ਡੀਟੇਲ ਅੰਦਰ ਉਹ ਚੀਜ਼ ਮੰਗ ਸਕੋ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਨੂੰ ਕੀ ਚਾਹੀਦਾ AI ਤੋਂ। AI ਨੇ ਤੁਹਾਨੂੰ ਕਹਿ ਸਕਦੇ ਕਿ ਵੀ ਜੋ ਮੈਨੂੰ ਚਾਹੀਦਾ ਉਹ ਮੈਨੂੰ ਤੂੰ ਦੇ, ਤੇ ਤੁਹਾਨੂੰ ਪਤਾ ਵੀ ਨਹੀਂ ਕਿ ਮੈਂ ਕਿਉਂ ਮੰਗੀ ਜਾਂਦਾ ਹੈਗਾ। ਹਾਂ ਬਿਲਕੁਲ ਸਪੈਸੀਫਿਕ, ਬਸ ਉਹੀ ਐਟ ਦ ਐਂਡ ਆਫ ਦ ਡੇ ਸਪੈਸੀਫਿਕ ਹੋਈ ਜਾਓ। ਹਾਂ ਕਿ ਬਈ ਤੁਸੀਂ ਜਿਵੇਂ ਇਹਨੇ ਕਿਹਾ ਕਿ ਬਈ ਤੁਸੀਂ ਤਾਂ ਵੀ ਇੱਕ AI ਤੁਹਾਡਾ ਆਪਣਾ ਬੌਸ ਲਾ ਲਓ, ਫਰੈਂਡ ਲਾ ਲਓ, ਟੂਲ ਲਾ ਲਓ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਬਈ ਤੁਸੀਂ ਮੰਗਣਾ ਕੀ ਆ, ਹੈ ਨਾ। ਸਾਰਾ ਕੁਝ ਉਹ ਤੋਂ ਨਹੀਂ ਕਰਾ ਸਕਦੇ ਹੈਗੇ ਕਿ ਤੁਸੀਂ ਮਾਰਕੀਟ ਪ੍ਰਾਈਸ ਜਿਵੇਂ ਉਹਨੇ ਕਿਹਾ ਕਿ ਬਈ ਉਹ ਚੈੱਕ ਕਰਵਾਉਣੀ ਹੈਗੀ ਆ, ਤੁਹਾਨੂੰ ਆਪ ਨੂੰ ਖੁਦ ਨੂੰ ਆਈਡੀਆ ਹੋਣਾ ਚਾਹੀਦਾ। ਬਹੁਤ ਚਾਂਸਿਸ ਹੈਗੇ ਤੁਹਾਨੂੰ AI ਦੱਸੇ ਵੀ ਨਾ ਗੱਲ ਕਿ ਆਹ ਵੀ ਚੀਜ਼ ਕਰਨ ਵਾਲੀ ਹੈਗੀ ਆ, ਤੁਸੀਂ ਉਹਦੇ ਟਰਸਟ ਆਏ ਨਹੀਂ ਕਰ ਸਕਦੇ ਕਿ ਸਾਰਾ ਕਿ ਉਹਦੇ ਤੋਂ ਪਲਾਨ ਬਣਵਾ ਲਓ। ਜਦੋਂ ਸਟ੍ਰੈਟਜੀ ਬਣ ਜਾਏ, ਤੁਹਾਡੇ ਕੋਲ ਪਲਾਨ ਹੋ ਜਾਏ ਕਿ ਵੀ ਹਾਂ ਵੀ ਆਹ ਫਲਾਣੀ ਚੀਜ਼ਾਂ ਚੈੱਕਲਿਸਟ ਬਣ ਗਈ, ਮੈਂ ਆਹ ਚੀਜ਼ਾਂ ਚਾਹੀਦੀਆਂ ਹੈਗੀਆਂ ਮੈਨੂੰ ਇੱਕ ਬਿਜ਼ਨਸ ਬਣਾਉਣ ਦੀ। ਫਿਰ ਉਹ ਤੋਂ ਬਾਅਦ ਆ ਜਾਂਦੀ ਗੱਲ ਕਿ ਵੀ ਗੋ ਟੂ ਮਾਰਕੀਟ ਸਟ੍ਰੈਟਜੀ, ਜਾਂ ਫਿਰ ਜਿਹੜੀ ਬਿਜ਼ਨਸ ਦਾ ਸਭ ਤੋਂ ਇੰਪੋਰਟੈਂਟ ਐਸਪੈਕਟ ਹੁੰਦਾ ਜਿਹਨੂੰ ਕਹਿੰਦੇ ਮਾਰਕੀਟਿੰਗ, ਹੈ ਨਾ। ਜੋ ਤੁਹਾਡਾ ਪਲਾਨ ਰੈਡੀ ਹੋ ਗਿਆ, ਫਿਰ ਕੀ ਹੈ ਕਿ ਤੁਸੀਂ ਫਿਗਰ ਆਊਟ ਕਰਨਾ ਕਿ ਤੁਸੀਂ ਆਪਦਾ ਪਹਿਲਾ ਕਸਟਮਰ ਕਿਵੇਂ ਲੱਭਣਾ, ਹੈ ਨਾ, ਜਾਂ ਫਿਰ ਤੁਸੀਂ ਆਪਦਾ ਪ੍ਰੋਡਕਟ ਦਾ ਪਹਿਲਾ ਪ੍ਰੋਟੋਟਾਈਪ ਕਿਵੇਂ ਬਣਾਉਣਾ ਹੈਗਾ, ਰਾਈਟ। ਸੋ ਵੀ ਅਗੇਨ ਆਹ ਸਵਾਲ ਤੁਸੀਂ ਪੁੱਛ ਸਕਦੇ ਹੋ AI ਨੂੰ। ਅਗੇਨ ਤੁਹਾਨੂੰ ਹੋਰ ਸਪੈਸੀਫਿਕ ਹੋਣਾ ਪੈਣਾ। ਮੈਂ ਬਹੁਤ ਜ਼ਿਆਦਾ ਵੇਗ ਐਗਜ਼ਾਮਪਲ ਦਿੱਤੇ ਹੈ ਨਾ, ਤੁਹਾਨੂੰ ਲੱਭਣਾ ਪੈਣਾ ਕਿ ਵੀ ਹਾਂ ਜਿਵੇਂ ਫੋਰ ਐਗਜ਼ਾਮਪਲ ਆਹੀ ਲਾ ਲਓ ਕਿ ਵੀ ਹਾਊ ਡੂ ਆਈ ਕ੍ਰੀਏਟ ਮਾਈ ਪ੍ਰੋਟੋਟਾਈਪ ਵਿਦਿਨ ਅ ਮੰਥ, ਹੈ ਨਾ, ਜਾਂ ਫਿਰ ਵਿਦਿਨ ਅਮੈਰੀਕਾ, ਜਾਂ ਫਿਰ ਵਿਦਿਨ ਕੈਨੇਡਾ, ਹੈ ਨਾ। ਫਿਰ ਤਾਂ ਕਿ ਉਹ ਦੱਸ ਸਕੇ ਤੁਹਾਨੂੰ ਕਿ ਵੀ ਇੱਥੇ ਮੈਨੂਫੈਕਚਰਸ ਹੈਗੇ ਆ, ਆਹ ਚੀਜ਼ਾਂ ਲਈ ਆਹ ਬੰਦੇ ਵਧੀਆ ਹੈਗੇ ਆ। ਸੋ ਜਿੰਨਾ ਜ਼ਿਆਦਾ ਸਪੈਸੀਫਿਕ ਹੋਵੋਗੇ, ਹੈ ਨਾ, ਜੋ ਤੁਸੀਂ ਕਰਨਾ ਚਾਹੁੰਦੇ ਹੋ ਜਿਵੇਂ, ਹੈ ਨਾ, ਉਹ ਤੁਹਾਨੂੰ ਸਾਰਾ ਕੁਛ ਦਿਮਾਗ ਥੋੜ੍ਹਾ ਲਾ ਕੇ ਸਿੱਟਣਾ ਪੈਣਾ ਉਹਦੇ ਵਿੱਚ। ਆਪਾਂ ਵੀ ਪ੍ਰੋਟੋਟਾਈਪ ਬਣਾਉਂਦੇ ਸੀਗੇ, ਹੈ ਨਾ, ਆਪਣੇ ਪ੍ਰੋਡਕਟ ਦਾ, ਅਤੇ ਆਪਾਂ ਵੀ ਅੱਜ ਤੱਕ ਕਿਕਸਟਾਰਟਰ ਇੱਕ ਥਾਂ ਹੁੰਦਾ ਜਿੱਥੇ ਆਪਾਂ ਲਾਂਚ ਕਰਦੇ ਹੁੰਦੇ ਹਾਂ ਨਾ ਤੁਹਾਨੂੰ ਕਿ ਵੀ ਪ੍ਰੋਡਕਟਸ ਨੂੰ, ਜਿੱਥੇ ਆਪਾਂ ਅਗਲੇ ਨੂੰ ਕਹਿ ਸਕਦੇ ਕਿ ਬਈ ਸਾਡਾ ਪ੍ਰੋਡਕਟ ਖਰੀਦੋ। ਬੇਸਿਕਲੀ ਜੇ ਤੁਸੀਂ ਪ੍ਰੋਡਕਟ ਵੇਚਣਾ ਹੁੰਦਾ
ਉਹ ਤੁਸੀਂ ਪ੍ਰੋਡਕਟ 'ਚ ਬਣਾਇਆ ਵੀ ਨਹੀਂ ਹੁੰਦਾ, ਉਹ ਤੋਂ ਪਹਿਲਾਂ ਖਰੀਦ ਲੈਂਦੇ ਆ ਅਤੇ ਬਾਅਦ 'ਚ ਤੁਸੀਂ ਆਪਦਾ ਤੁਹਾਡਾ ਉਹ ਤੋਂ ਇਹਨਾਂ ਤੁਹਾਨੂੰ ਪੈਸੇ ਜੁੜਦੇ ਰਹਿੰਦੇ ਜਦੋਂ ਤੁਹਾਡੇ ਕੋਲ ਵੱਡੀ ਅਮਾਊਂਟ ਹੋ ਜਾਂਦੀ, ਜਦੋਂ ਤੁਸੀਂ ਆਪਦਾ ਪ੍ਰੋਟੋਟਾਈਪ ਪੱਕਾ ਬਣਾ ਕੇ ਮੈਨੂਫੈਕਚਰਿੰਗ ਸ਼ੁਰੂ ਕਰ ਸਕੋ। ਅਤੇ ਜਿਨ੍ਹਾਂ ਨੇ ਤੁਹਾਨੂੰ ਪਹਿਲਾਂ ਸ਼ੁਰੂ ਵਿੱਚ ਸਪੋਰਟ ਕੀਤਾ ਤੁਸੀਂ ਸਸਤੇ ਦੇ ਅੰਦਰ ਸਮਾਨ ਦਿੰਦੇ ਹੋ ਜਾਂ ਕੁਛ ਸਪੈਸ਼ਲ ਦਿੰਦੇ ਹੋ ਜਾਂ ਕੁਛ ਬੋਨਸ ਦਿੰਦੇ ਹੋ ਜਾਂ ਕੁਛ ਹੁੰਦਾ ਹੈਗਾ। ਸੋ ਅੱਜ ਤੱਕ ਜਿਹੜੇ ਕਿਕਸਟਾਰਟਰ ਦੀ ਮੈਂ ਗੱਲ ਕਰ ਰਿਹਾ ਸੀ, ਅੱਜ ਤੱਕ ਆਪਾਂ ਕਦੀ ਦੀ ਵੈਬਸਾਈਟ 'ਤੇ ਮੈਂ ਤਾਂ ਨਹੀਂ ਗਿਆ ਹੈ ਨਾ, ਅਤੇ ਆਪਾਂ ਸਾਰਾ ਕੁਛ ਪ੍ਰੋਟੋਟਾਈਪ ਬਾਰੇ ਸਾਰਾ ਕੁਛ ਰਿਸਰਚ ਕੀਤੀ, ਸਾਰਾ ਕੁਛ ਕੀਤਾ AI ਤੋਂ ਹੀ ਕੀਤਾ ਹੈ ਨਾ। ਸੋ ਥੋੜ੍ਹਾ ਜਿਹਾ ਬਸ ਕੀ ਸੀਗਾ, ਥੋੜ੍ਹਾ ਜਿਹਾ ਸਿੱਖਿਆ ਕਿ ਹਾਂ ਬਈ ਇੰਨਾ ਸਮਝਿਆ ਕਿ ਹਾਂ ਬਈ ਉਹਨਾਂ ਨੂੰ ਪ੍ਰੋਟੋਟਾਈਪ ਚਾਹੀਦਾ ਅਤੇ ਪ੍ਰੋਟੋਟਾਈਪ 'ਚ ਕੀ ਹੁੰਦਾ, ਕਿਹੋ ਜਿਹਾ ਹੁੰਦਾ, ਪ੍ਰੋਟੋਟਾਈਪ ਦਾ ਫੰਡਾ ਕਲੀਅਰ ਕੀਤਾ। ਬਾਅਦ 'ਚ ਉਹਨਾਂ ਦੀ ਕਿੰਨੀਆਂ ਗਾਈਡਲਾਈਨ ਸੀਗੀਆਂ ਸਾਰੀਆਂ AI ਨੇ ਦੱਸੀਆਂ ਉਹਨੂੰ ਹੈ ਨਾ, ਕਿ ਉਹ ਆ ਗੱਲ ਕਿ ਬਈ ਤੁਸੀਂ ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ, ਸਪੈਸੀਫਿਕ ਕੁਐਸਚਨਸ ਪੁੱਛੀ ਜਾਓ, ਫਿਰ ਸਾਰਾ ਆਪਦਾ ਫੰਡੇ ਕਲੀਅਰ ਕਰੋ। ਇੱਕ ਹੋਰ ਬਹੁਤ ਵੱਡੀ ਗੱਲ ਹੈ ਕਿ ਵੀ ਜਦੋਂ ਵੀ ਤੁਸੀਂ ਕੋਈ AI ਚੈਟ ਬੋਟ ਲਾ ਲਓ ਹੈ ਨਾ, ਕਿਸੇ ਵੀ ਨਾਲ ਕੰਮ ਕਰ ਰਹੇ ਹੋ, ਤੁਸੀਂ ਮੇਕ ਸ਼ੋਰ ਕਰੋ ਕਿ ਤੁਹਾਡਾ ਇੱਕ ਹੀ AI ਸਿਸਟਮ ਹੋਵੇ ਹੈ ਨਾ, ਕਿ ਤੁਹਾਡਾ ਸਮਝ ਲਓ ਇੱਕ ਸਪੈਸੀਫਿਕ ਪ੍ਰੋਡਕਟ ਬਾਰੇ ਤੁਸੀਂ ਸਮਝ ਲਓ ਚੈਟ GPT ਨਾਲ ਗੱਲ ਕਰ ਰਹੇ ਹੋ ਅਤੇ ਤੁਸੀਂ ਉਸ ਹੀ ਚੈਟ ਦੇ ਵਿਦਿਨ ਆਪਦੀ ਚੈਟ ਰੱਖਣੀ ਹੈ। ਇਹਦੇ ਨਾਲ ਕੀ ਹੋਊਗਾ ਕਿ ਵੀ AI ਆਪ ਤੁਹਾਡਾ ਲਰਨ ਕਰਦਾ ਜਾਊਗਾ ਨਾ ਕਿ ਤੁਸੀਂ ਕੀ ਚਾਹੁੰਦੇ ਕੀ ਹੋ ਐਗਜ਼ੈਕਟਲੀ, ਅਤੇ ਉਹ ਹੌਲੀ ਹੌਲੀ ਉਹ ਸਮਾਰਟ ਹੁੰਦਾ ਜਾਊਗਾ ਬਿਕਾਜ਼ AI ਦਾ ਸਿਸਟਮ ਇਹ ਹੈ ਕਿ ਵੀ ਉਹ ਆਪਦੇ ਆਪ ਨੂੰ ਟ੍ਰੇਨ ਕਰਦਾ ਰਹਿੰਦਾ। ਹਾਂ, ਉਹਦਾ ਆਏ ਨਾਲ ਤੁਸੀਂ ਆਪਦੀ ਚੈਟਸ ਬਹੁਤ ਔਰਗਨਾਈਜ਼ ਕਰ ਸਕਦੇ ਹੋ। ਜਿਵੇਂ ਮੈਂ ਖੁਦ ਕਰਦਾ ਹੈਗਾ ਕਿ ਡਿਫਰੈਂਟ ਚੈਟਸ ਕੁਛ ਸਕ੍ਰਿਪਟਸ ਵਾਸਤੇ ਲਿਖ ਲਈਆਂ ਜਾਂ ਕੁਛ ਲੈਟਸ ਸੇ ਤੁਸੀਂ ਪ੍ਰੋਟੋਟਾਈਪ ਵਾਲੀ ਗੱਲ ਕਰ ਰਹੇ ਹੋ ਉਹਦੇ ਵਾਸਤੇ ਕਰ ਲਈਆਂ। ਐਂ ਕਰਕੇ ਤੁਸੀਂ ਡਿਫਰੈਂਟ ਚੈਟਸ ਹੈਗੀਆਂ ਉਹਨਾਂ ਨੂੰ ਵੀ ਤੁਸੀਂ ਜਦੋਂ ਉਹਨਾਂ ਗੱਲਾਂ ਕਰੀ ਜਾਓਗੇ ਉਹਨੂੰ ਚੈਟ ਨੂੰ ਆਲਰੇਡੀ ਪਤਾ ਹੋਊਗਾ ਮੈਂ ਕੀ ਕਰਨਾ ਹੈਗਾ। ਅਤੇ ਨਾਲੇ ਜਿਵੇਂ ਤੁਸੀਂ ਫੀਡ ਕਰੀ ਜਾਓਗੇ ਨਾ ਡੇਟਾ, ਮਤਲਬ ਲਿਟਰਲੀ AI ਤੁਹਾਡਾ ਕਸਟਮਰ ਦਾ ਮੂਡ ਲਾ ਲਓ, ਨੀਡਸ ਲਾ ਲਓ, ਬਿਹੇਵੀਅਰ ਉਹ ਸਾਰਾ ਸਮਝਣ ਲੱਗ ਜੂਗਾ ਅਤੇ ਉਹ ਬਹੁਤ ਜ਼ਿਆਦਾ ਡੀਪਲੀ ਉਹ ਥੋੜ੍ਹਾ ਕਸਟਮਰ ਪਰਸੋਨਾ ਫੜ ਸਕਦਾ, ਉਹ ਇੰਨੀ ਜ਼ਿਆਦਾ ਪਾਵਰ ਹੈਗੀ ਆ। ਅਤੇ ਨਾਲੇ ਅੱਜ ਕੱਲ੍ਹ ਤਾਂ ਵੈਸੇ ਵੀ ਮਾਰਕੀਟਿੰਗ ਦੀ ਗੱਲ ਕਰੀਏ, ਇਹ ਇਹੋ ਜਿਹੇ ਟੂਲਸ ਬਣ ਚੁੱਕੇ ਆ ਕਿ ਤੁਸੀਂ AI ਦੇ ਨਾਲ ਆਪਦੇ ਐਡਸ ਬਣਾ ਸਕਦੇ ਹੋ ਹੈ ਨਾ, ਤੁਸੀਂ ਵਿਜ਼ੂਅਲ ਮੌਕਅਪਸ ਬਣਾ ਸਕਦੇ ਹੋ ਨਾ ਕਿ ਜਿਵੇਂ ਪ੍ਰੋਡਕਟ ਦਾ, ਤੁਸੀਂ ਕੈਂਪੇਨ ਦੇ ਆਈਡੀਆਜ਼ ਵੀ ਬਣਾ ਸਕਦੇ ਹੋ ਨਾ ਕਿ ਐਵੇਂ। ਸੋ ਮਤਲਬ ਲਿਟਰਲੀ ਕ੍ਰੀਏਟਿਵ ਰੈਵੋਲਿਊਸ਼ਨ ਹੋਈ ਜਾਂਦਾ ਆਪਣੇ ਦੇਖਦੇ ਬਹੁਤ ਜ਼ਿਆਦਾ ਅੱਗੇ ਜਾਊਗਾ ਅਤੇ ਬਹੁਤ ਜ਼ਿਆਦਾ ਹੈਲਪਫੁਲ ਚੀਜ਼ ਆ। ਅੱਜ ਹੀ ਮੈਂ ਕਿਉਂਕਿ ਮੈਂ 3D ਐਨੀਮੇਸ਼ਨ ਸਿੱਖੀ ਸੀਗੀ ਹੈ ਨਾ ਕਾਲਜ ਦੇ ਅੰਦਰ, ਅਤੇ ਮੈਂ ਅੱਜ ਦੇਖਿਆ ਉਹ ਇੰਨੀ ਜ਼ਿਆਦਾ ਮਤਲਬ ਕਿ ਇੰਨਾ ਜ਼ਿਆਦਾ ਕਾਮਨ ਹੋ ਗਿਆ 3D ਐਨੀਮੇਸ਼ਨ ਕਿੰਨੀ ਜ਼ਿਆਦਾ ਮਹਿੰਗੀ ਆ ਹੈ ਨਾ, ਕਿ ਤੁਸੀਂ ਮਤਲਬ ਅਸੀਂ ਮਹੀਨੇ ਦੇ ਹਿਸਾਬ ਨਾਲ 1 ਸੈਕਿੰਡ ਕੁਛ 5-6 ਸੈਕਿੰਡ ਦੇ ਸ਼ਾਟ ਦੇ ਉੱਤੇ ਮਿਹਨਤ ਕਰਦੇ ਰਹਿੰਦੇ ਹੁੰਦੇ ਸੀਗੇ, ਅਤੇ ਇੰਨਾ ਔਖਾ ਹੈਗਾ, ਇੰਨਾ ਕੰਪਲੀਕੇਟਡ ਹੈਗੀ ਹੈ ਅਤੇ ਸਾਰਾ ਕੁਛ। ਅਤੇ YouTube ਦੇ ਉੱਤੇ ਇੰਨਾ ਜ਼ਿਆਦਾ ਹੁਣ ਸਾਰੀ ਚੱਕੀ ਉਹਦਾ 3D ਐਨੀਮੇਸ਼ਨ ਇੰਨਾ ਸੌਖਾ ਕਿ ਇੱਕ ਚੈਨਲ ਨੇ ਸ਼ੁਰੂ ਕਰਤਾ ਲਿਖਣਾ ਕਿ ਬਈ ਦਿਸ ਐਨੀਮੇਸ਼ਨ ਵਾਜ਼ ਮੇਡ ਬਾਏ ਹਿਊਮਨ। ਡਿਫਰੈਂਸ਼ੀਏਟ ਦਿਖਾਉਂਦੇ ਹਾਂ ਕਿ ਬਈ ਮਤਲਬ ਆਹ ਚੀਜ਼ ਕਰ ਲੂਗੀ, ਪਤਾ ਹੀ ਨਹੀਂ ਲੱਗਦਾ ਉਹਨੂੰ ਲਿਖਣਾ ਪੈ ਰਿਹਾ ਟੈਕਸਟ, ਕਿ ਕਿੱਡੀ ਵੱਡੀ ਗੱਲ ਆ। 2-3 ਮਹੀਨੇ ਪਹਿਲਾਂ 3 ਸਾਲ ਪਹਿਲਾਂ ਸਾਡੇ ਪ੍ਰੋਫੈਸਰ ਨੇ ਕਿਹਾ ਸੀ ਜਿਹੜੇ AI ਤੋਂ ਡਰ ਰਹੇ ਨਾ ਤੁਸੀਂ ਭੁੱਲ ਜਾਓ, ਚਾਹੇ ਤੁਹਾਡੇ ਟਾਈਮ ਦੇ ਅੰਦਰ ਨਹੀਂ ਹੋਣ ਲੱਗਿਆ AI ਤਾਂ ਜਦੋਂ ਤੁਸੀਂ ਬੁੜੇ ਹੋਵੋਗੇ ਨਾ ਸ਼ਾਇਦ ਉਦੋਂ ਕੁਛ ਨਾ ਕੁਛ ਬੜੇ ਉਦੋਂ ਚੈਟ GPT ਵਗੈਰਾ ਆ ਗਏ ਸੀਗੇ ਇੰਨੀ ਛੇਤੀ ਨਾ ਮਤਲਬ ਹਾਂ। ਸੋ ਮਤਲਬ ਫਿਊਚਰ ਬਹੁਤ ਬਰਾਈਟ ਹੈ। ਹਾਂ, ਅਤੇ ਕਿਉਂਕਿ ਹਮੇਸ਼ਾ ਹੀ ਨਹੀਂ ਹੁੰਦਾ ਟੈਕਨੋਲੋਜੀ ਵੀ ਜਦੋਂ ਇੱਕ ਵੱਡਾ ਸਟੈਪ ਫੜ ਲੈ ਨਾ ਉਹ ਤੋਂ ਬਾਅਦ ਬਹੁਤ ਜ਼ਿਆਦਾ ਛੇਤੀ ਪ੍ਰੋਗਰੈਸ ਹੁੰਦੀ ਹੈ। ਸੋ ਜੋ ਪਿਛਲੇ 3 ਸਾਲਾਂ 'ਚ ਇਹਨਾਂ ਨੇ ਕੀਤਾ ਹੋ ਸਕਦਾ ਅਗਲੇ ਸਿਰਫ 6 ਮਹੀਨਿਆਂ 'ਚ ਹੀ ਹੋ ਜਾਏ ਇੰਨੀ ਪ੍ਰੋਗਰੈਸ। ਇਹਨਾਂ ਦੇ ਜੋਬਸ ਤੇ ਜਮਾਂ ਹੀ ਬਹੁਤ ਗੱਦਾ ਵੀ ਨੁਕਸਾਨ ਹੋਣ ਵਾਲਾ, ਪਰ ਆਪਣੇ ਵਾਸਤੇ ਤਾਂ ਬਈ ਇੰਨੀ ਘੈਂਟ ਗੱਲ ਹੈਗੀ ਆ। ਹਾਂ, ਆਪਣੇ ਵਾਸਤੇ, ਆਪਣੇ ਲਿਸਨਰਸ ਵਾਸਤੇ ਹੈ ਨਾ, ਆਪਾਂ ਚਿੱਲ ਕਰਾਂਗੇ। ਆਪਣੇ ਵਾਸਤੇ ਬਹੁਤ ਫਾਇਦੇ ਦੀ ਚੀਜ਼ ਆ। ਕੰਮ ਵੀ ਬਹੁਤ ਸੌਖਾ, ਬਿਜ਼ਨਸ ਖੋਲ੍ਹਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੌਖਾ ਹੋ ਗਿਆ, ਇਹ ਸਿਰਫ AI ਕਰਕੇ ਲਿਟਰਲੀ। ਤੁਸੀਂ ਮੈਨੂੰ ਜੇ ਤੁਸੀਂ ਗਵਾਚੇ ਹੋਏ ਤੁਹਾਨੂੰ ਪਤਾ ਹੀ ਨਹੀਂ ਕੀ ਕਰਨਾ। ਫਿਰ ਚਲੋ ਹੁਣ ਆਪਾਂ ਗੱਲ ਕਰ ਲਈ ਕਿ ਵੀ ਤੁਸੀਂ ਚਲੋ ਪਲਾਨ ਬਣਾ ਲਿਆ ਤੁਸੀਂ ਹੈ ਨਾ, ਆਪਦੀ ਸਟ੍ਰੈਟਜੀ ਬਣਾ ਲਈ, ਤੁਸੀਂ ਮਾਰਕੀਟਿੰਗ ਦਾ ਫਿਗਰ ਆਊਟ ਕਰ ਲਿਆ। ਫਿਰ ਗੱਲ ਆ ਜਾਂਦੀ ਪ੍ਰੋਡਕਟ ਡਿਵੈਲਪਮੈਂਟ ਦੀ। ਹੁਣ ਪ੍ਰੋਡਕਟ ਜੇ ਤੁਸੀਂ ਸਪੈਸ਼ਲੀ ਜੇ ਤੁਸੀਂ ਪ੍ਰੋਡਕਟ ਬਣਾਉਣਾ ਚਾਹੁੰਦੇ ਹੋ ਕੋਈ ਹੈ ਨਾ, ਤੁਸੀਂ ਕੀ ਕਰ ਸਕਦੇ ਹੋ ਨਾ ਕਿ ਵੀ ਤੁਸੀਂ ਆਪਦਾ ਪ੍ਰੋਡਕਟ AI ਦੇ ਥਰੂ ਟੈਸਟ ਕਰ ਸਕਦੇ ਹੋ। ਹੁਣ ਟੈਸਟ ਕਿਵੇਂ ਕਰਨਾ ਕਿ ਤੁਸੀਂ ਆਪਾਂ ਫਿਗਰ ਆਊਟ ਕਰਨਾ ਕਿ ਵੀ ਆਹ ਮਾਰਕੀਟ ਫਿਟ ਹੈ ਵੀ ਕਿ ਨਹੀਂ। ਸੋ ਤੁਸੀਂ ਡਿਮਾਂਡ ਫਿਗਰ ਆਊਟ ਕਰ ਸਕਦੇ ਹੋ ਨਾ। ਹੁਣ ਅਗੇਨ ਤੁਹਾਨੂੰ ਬਹੁਤ ਸਪੈਸੀਫਿਕ ਹੋਣਾ ਪੈਣਾ। ਲੈਟਸ ਸੇ ਕਿ ਵੀ ਮੈਂ ਕੋਈ ਸਨਸਕਰੀਨ ਬਣਾ ਰਿਹਾ ਹੈ ਨਾ, ਅਤੇ ਮੈਂ ਉਹਨੂੰ ਵੇਚਣਾ ਚਾਹੁੰਦਾ ਕਿ ਵੀ ਉਹਦੇ ਵਿੱਚ ਅਪ ਨੌਰਥ ਜਿਵੇਂ ਯੈਲੋ ਨਾਈਫ 'ਚ ਵੇਚਣਾ ਚਾਹੁੰਦਾ ਕੈਨੇਡਾ ਦੇ ਵਿੱਚ ਹੈ ਨਾ। ਯੈਲੋ ਨਾਈਫ 'ਚ ਕਿਸੇ ਨੂੰ ਨਹੀਂ ਪਤਾ, ਮਤਲਬ ਇਹੋ ਜਿਹਾ ਥਾਂ ਜਿੱਥੇ 2-3 ਮਹੀਨੇ ਸਮਰ ਰਹਿੰਦੀ ਹੈ ਸਾਰੇ ਸਾਲ। ਮੈਨੂੰ ਵੀ ਨਹੀਂ ਪਤਾ ਸੀ ਬਈ। ਹਾਂ, ਆਪਣੇ ਕੈਨੇਡਾ 'ਚ ਹੀ ਹੈ, ਅਪ ਨੌਰਥ ਹੈ। ਹਾਂ, ਅਪ ਨੌਰਥ ਹੈ। ਅਤੇ ਸੋ ਜਿੱਥੇ ਹੁਣ 2 ਮਹੀਨੇ ਸਮਰ ਰਹਿੰਦੀ ਹੈ ਉਹ 'ਚ ਵੀ ਅੱਧੇ ਦਿਨ ਤਾਂ ਮਤਲਬ ਸ਼ਾਈਨ ਹੁੰਦੀ ਆ, ਅਤੇ ਉੱਥੇ ਤੁਸੀਂ ਆਪਦਾ ਸਨਸਕਰੀਨ ਵੇਚੋਗੇ ਤਾਂ ਆਬਵੀਅਸਲੀ ਗੱਲ ਉਹ ਨਹੀਂ ਵਿਕੂਗਾ। ਸੋ ਤੁਸੀਂ AI ਨੂੰ ਯੂਜ਼ ਕਰੋ ਫਿਗਰ ਆਊਟ ਕਰਨ ਲਈ ਵੀ ਹਾਂ ਵੀ ਮੈਂ ਇੱਥੇ ਐਗਜ਼ਿਸਟ ਕਰਦਾ ਹੈਗਾ, ਮੈਂ ਆਹ ਪ੍ਰੋਡਕਟ ਬਣਾਉਣਾ ਚਾਹੁੰਦਾ, ਮੈਂ ਕਿੱਥੇ ਵੇਚ ਸਕਦਾ ਹੈਗਾ। ਜਾਂ ਫਿਰ ਆਪ ਪੁੱਛ ਸਕਦੇ ਹੋ ਕਿ ਵੀ ਹਾਂ ਵੀ ਇਸ ਏਰੀਏ ਦੇ ਵਿੱਚ ਇਹੋ ਜਿਹੀ ਕੀ ਨੀਡਸ ਹੈਗੀਆਂ ਹੈ ਨਾ, ਕਿ ਜਿਹੜਾ ਮੈਂ ਫੁਲਫਿਲ ਕਰ ਸਕਾਂ ਹੈ ਨਾ। ਸੋ ਇਹੋ ਜਿਹੀਆਂ ਚੀਜ਼ਾਂ ਤੁਸੀਂ
ਪੁੱਛ ਸਕਦੇ ਹੈਗੇ ਹੋ ਨਾ। ਫਿਰ AI ਨੂੰ ਤੁਸੀਂ ਹੁਣ ਜਿਵੇਂ ਸੁਹੇਲ ਨੇ ਦੱਸਿਆ ਕਿ ਵੀ ਜਿਵੇਂ 3D ਐਨੀਮੇਸ਼ਨਸ ਤੁਸੀਂ ਕਰ ਸਕਦੇ ਹੋ। ਤੁਸੀਂ ਜੇ ਤੁਹਾਡੇ ਕੋਲ ਫਿਜ਼ੀਕਲ ਪ੍ਰੋਡਕਟ ਹੈ ਨਹੀਂ ਗਾ, ਤੁਸੀਂ ਉਹਦੇ ਮੌਕਅਪਸ ਬਣਾ ਸਕਦੇ ਹੋ ਅੱਜ ਦੇ ਟਾਈਮ 'ਚ AI ਦੇ ਨਾਲ, ਹੈ ਨਾ। ਤੁਸੀਂ ਥੋੜ੍ਹਾ ਡਿਜ਼ਾਈਨ ਇਟਰੇਸ਼ਨ ਕਰੋ ਕਿ ਵੀ ਹਾਂ ਵੀ ਮੈਨੂੰ ਇੱਥੋਂ ਐਂ ਦੇਖਣਾ ਚਾਹੀਦਾ, ਉਹ ਇੱਥੋਂ ਐਂ ਦੇਖਣਾ ਚਾਹੀਦਾ, ਹੈ ਨਾ। ਆਹ ਚੀਜ਼ਾਂ ਨਾ ਹੁਣ ਸ਼ੁਰੂ ਤੁਹਾਨੂੰ ਐਂ ਲੱਗਦਾ ਹੋਣਾ ਕਿ ਵੀ ਯਾਰ ਮੈਂ ਕਿਵੇਂ ਕਰੂੰਗਾ, ਪਰ ਆਹ ਹੌਲੀ ਹੌਲੀ ਪ੍ਰੈਕਟਿਸ ਦੇ ਨਾਲ ਤੁਹਾਨੂੰ ਆ ਜਾਣਗੀਆਂ, ਹੈ ਨਾ। ਇੱਕ ਬਹੁਤ ਵਧੀਆ ਤਰੀਕਾ ਹੁੰਦਾ ਹੈਗਾ, ਮੈਂ ਬਹੁਤ ਜ਼ਿਆਦਾ ਯੂਜ਼ ਕਰਦਾ ਜੀ। ਜੇ ਮੈਨੂੰ ਸਮਝਾਉਣਾ ਨਾ ਆ ਰਿਹਾ ਹੋਵੇ ਨਾ AI ਨੂੰ, ਮੈਂ ਕੀ ਕਰਦਾ ਕਿ ਵੀ ਮੈਂ ਲਿਖ ਦਿੰਦਾ ਕਿ ਵੀ ਬਿਕਮ ਦ ਬੈਸਟ GPT ਪ੍ਰੋਂਪਟਰ, ਹੈ ਨਾ, ਐਂਡ ਰੀਰਾਈਟ ਦਿਸ ਪ੍ਰੋਂਪਟ ਟੂ ਅਟੇਨ X ਗੋਲ, ਕਿ ਵੀ ਮੈਨੂੰ ਦੁਨੀਆ ਦਾ ਬੈਸਟ ਬਣਾ ਕੇ ਦੇਣਾ ਮੌਕਅਪ ਫੋਰ ਐਗਜ਼ਾਮਪਲ। ਫਿਰ ਉਹ ਮੈਂ ਬਰੈਕਟ ਪਾ ਕੇ ਉਹਦੇ ਵਿੱਚ ਮੈਂ ਵੇਗਲੀ ਆਈਡੀਆ ਸਮਝਾ ਲੈਂਦਾ ਉਹਦਾ, ਹੈ ਨਾ, ਕਿ ਬਈ ਮੈਂ ਇੱਕ ਬੋਤਲ ਬਣਾਉਣਾ ਚਾਹੁੰਦਾ, ਉਹਦਾ ਰੰਗ ਨੀਲਾ ਹੈਗਾ, ਉਹਦੇ ਉੱਤੇ ਇੱਕ ਕਾਲੀ ਜਿਹੀ ਡੰਡੀ ਹੈਗੀ ਹੈ ਨਾ, ਅਤੇ ਥੱਲੇ ਵਾਲਾ ਢੱਕਣ ਹੋਊਗਾ, ਉਹਨੂੰ ਦੋਵੇਂ ਪਾਸੇ ਚਲਾ ਸਕਦੇ ਜੋ ਵਟਐਵਰ, ਹੈ ਨਾ। ਫਿਰ ਉਹ ਕੀ ਕਰਦਾ, ਫਿਰ ਉਹ ਤੁਹਾਡਾ ਪ੍ਰੋਂਪਟ ਨੂੰ ਰੀਰਾਈਟ ਕਰਦਾ ਉਹ, ਜੋ ਤਾਂ ਕਿ AI ਤੋਂ ਤੁਸੀਂ 100% ਯੂਜ਼ ਕਰ ਸਕੋ। ਉਹ ਫਿਰ ਕਾਪੀ ਕਰਕੇ ਉਸ ਵਾਪਸ ਚੈਟ ਦੇ ਵਿੱਚ ਪਾਉਣਾ ਮੈਂ, ਅਤੇ ਉਹਦੇ ਨਾਲ ਕੀ ਹੈ ਕਿ ਵੀ ਤੁਹਾਡਾ ਜਿਹੜਾ ਪ੍ਰੋਬਲਮ ਹੈਗੀ ਕਿ ਤੁਹਾਨੂੰ ਸਮਝਾਉਣਾ ਨਹੀਂ ਆ ਰਿਹਾ, ਆਹ ਵੀ ਪ੍ਰੋਬਲਮ ਸੋਲਵ ਹੋ ਜਾਂਦੀ। ਆਪਾਂ ਉਹੀ ਕੀਤਾ ਹੀ ਸੀਗਾ, ਆਪਾਂ ਬੋਤਲ ਵਾਲਾ ਆਈਡੀਆ ਕਰਨ ਲੱਗੇ ਸੀਗੇ, ਅਤੇ ਉਦੋਂ ਕੀ ਸੀਗਾ ਸਿਸਟਮ ਕਿ ਮਤਲਬ ਤੂੰ ਸਾਰਾ ਕੁਝ ਉਹਨਾਂ ਨੂੰ ਉਹ ਵੀ ਦੱਸਦਾ ਕਿ ਵੀ ਆਹ ਸਾਰੇ ਪੇਟੈਂਟਡ ਹੈਗੇ ਆ, ਪੇਟੈਂਟ ਕੀਤਾ ਹੋਇਆ, ਕਿ ਤੂੰ ਇਹਦੇ ਅਰਾਊਂਡ ਕੁਛ ਨਾ ਕੁਛ ਨਵਾਂ ਵੇ, ਕਿਉਂ ਮਤਲਬ ਹੋ ਹੀ ਨਹੀਂ ਸਕਦਾ ਭਰਾਵਾ, ਉਹ ਤਾਂ ਆਪਾਂ ਨੂੰ ਪਤਾ ਕਿੰਨੇ ਸਾਲ ਪੜ੍ਹਨਾ ਪੈਣਾ ਸੀ, ਸਾਰਾ ਕੁਝ ਫਿਗਰ ਆਊਟ ਕਰ ਦਿੰਦਾ। ਆਹੀ ਨਹੀਂ ਪਤਾ ਸੀ ਕਿ ਪੇਟੈਂਟ ਹੋਣਾ ਵੀ ਹੈ ਕਿ ਨਹੀਂ, ਪਰ ਆਹ ਸਾਰਾ ਪਹਿਲਾਂ ਜਾ ਕੇ ਲੱਭਣਾ ਪੈਣਾ ਸੀ ਵੀ ਕੀ ਪੇਟੈਂਟ ਕੀਤਾ ਉਹਨਾਂ ਨੇ, ਤੇ ਫਿਰ ਦਿਮਾਗ ਬੈਠੇ ਹੈ ਨਾ। ਆਪਾਂ ਕਿਹੜੇ ਸਾਇੰਟਿਸਟ ਹੈਗੇ ਆ, ਉਹ ਟੈਕਨੋਲੋਜੀ ਵਾਲੀ ਚੀਜ਼ ਸੀਗੀ। ਪੇਟੈਂਟ ਦਾ ਮਤਲਬ ਬਾਏ ਦ ਵੇ ਆਹ ਹੁੰਦਾ ਹੈਗਾ ਕਿ ਆਹ ਚੀਜ਼ ਕਿਸੇ ਨੇ ਆਲਰੇਡੀ ਕੀਤੀ ਹੋਈ ਆ ਅਤੇ ਉਹਨਾਂ ਕੋਲ ਹੀ ਮਤਲਬ ਉਹਦੀ ਰਾਈਟਸ ਹੈਗੇ, ਤੁਸੀਂ ਦੁਬਾਰਾ ਤੋਂ ਨਹੀਂ ਬਣਾ ਸਕਦੇ। ਸੋ ਇੱਕ ਟੈਕਨੋਲੋਜੀ ਦਾ ਤਰੀਕਾ ਸੀਗਾ ਜਿਹੜਾ ਉਹਨਾਂ ਨੇ ਪਤੰਦਰਾਂ ਨੇ ਪੇਟੈਂਟ ਕੀਤਾ ਹੋਇਆ ਸੀਗਾ, ਜੋ ਕਿ ਉਹਨਾਂ ਦਾ ਕੰਪੀਟੀਸ਼ਨ ਨਾਲ ਕੋਈ ਬਣ ਸਕੇ। ਸੋ ਇਹਦੇ ਥਰੂ ਤੁਸੀਂ ਪ੍ਰੋਡਕਟ ਡਿਵੈਲਪਮੈਂਟ ਕਰ ਸਕਦੇ। ਜਿਵੇਂ ਇਹ ਐਗਜ਼ਾਮਪਲ ਦੇ ਰਿਹਾ ਸੀ, ਇੱਕ ਬੋਤਲ ਦੀ ਟਰਾਈ ਕਰ ਰਹੇ ਸੀ ਬਣਾਉਣ ਦੀ, ਅਤੇ ਸੋ ਤੁਸੀਂ ਡਿਫਰੈਂਟ ਚੀਜ਼ਾਂ ਵਰਕ ਅਰਾਊਂਡ ਕਰ ਸਕਦੇ ਹੋ, ਹੈ ਨਾ। ਤੁਸੀਂ ਫਿਗਰ ਆਊਟ ਕਰ ਸਕਦੇ ਹੋ ਜੇ ਕੋਈ ਐਗਜ਼ਿਸਟ ਕਰਦਾ ਪ੍ਰੋਡਕਟ ਪਹਿਲਾਂ ਕਿ ਨਹੀਂ। ਹੁਣ ਸਾਨੂੰ ਇਹੀ ਸੀਗਾ ਵਹਿਮ ਕਿ ਵੀ ਜਦੋਂ ਅਸੀਂ ਬਣਾ ਰਹੇ ਸੀਗੇ ਉਹ ਪ੍ਰੋਡਕਟ, ਹੈ ਨਾ, ਕਿ ਵੀ ਅਸੀਂ ਕੁਛ ਹੱਦ ਤੱਕ ਕਾਪੀ ਕਰ ਸਕਦੇ ਹਾਂ ਅਤੇ ਆਹ ਚੀਜ਼ਾਂ ਐਕਸਟਰਾ ਪਾ ਦਾਂਗੇ। ਉਹ ਤੋਂ ਬਾਅਦ 'ਚੋਂ ਪਤਾ ਲੱਗਿਆ ਆਹ ਕਾਪੀ ਕਰ ਹੀ ਨਹੀਂ ਸਕਦੇ ਆਪਾਂ, ਕਿਉਂਕਿ ਜੇ ਕਾਪੀ ਕਰ ਲੈਂਦੇ ਸਮਝ ਲਓ ਅਸੀਂ ਉਹ ਨਾ ਪਤਾ ਹੁੰਦਾ ਸਾਨੂੰ ਇਹ ਪੇਟੈਂਟ ਐਗਜ਼ਿਸਟ ਕਰਦੇ ਆ, ਸਾਰਾ ਅਸੀਂ ਬਣਵਾ ਵੀ ਲੈਂਦੇ ਪ੍ਰੋਡਕਟ, ਇੰਨਾ ਖਰਚਾ ਵੀ ਕਰਦੇ ਨਾ, ਵੇਚਣ ਵੀ ਲਾਦੇ, ਅਤੇ ਸਾਨੂੰ ਲਾਸ ਆਊਟ ਆ ਜਾਣਾ ਸੀਗਾ। ਅਤੇ ਸਾਰੇ ਪੈਸੇ ਜਿਹੜੇ ਬਣਾਏ ਉਹ ਵੀ ਜਾਣੇ ਸੀ, ਅਤੇ ਉੱਤੋਂ ਹੋਰ ਆਪਦੇ ਜੇਬ 'ਚੋਂ ਵੀ ਕੱਢ ਕੇ ਦੇਣੇ ਪੈਣੇ ਸੀਗੇ। ਸੋ ਇਹਨਾਂ ਚੀਜ਼ਾਂ ਨਾਲ AI ਦੇ ਨਾਲ ਤੁਸੀਂ ਆਹ ਫਿਗਰ ਆਊਟ ਕਰ ਸਕਦੇ ਹੋ। ਜੇ ਫੋਰ ਐਗਜ਼ਾਮਪਲ ਤੁਸੀਂ ਕਿਸੇ ਐਗਜ਼ਿਸਟਿੰਗ ਮਾਰਕੀਟ 'ਚ ਵੜਨਾ ਚਾਹੁੰਦੇ ਹੋ, ਜਿਵੇਂ ਅਸੀਂ ਕਰ ਰਹੇ ਸੀਗੇ, ਸੋ ਉਵੇਂ ਤੁਸੀਂ ਫਿਗਰ ਆਊਟ ਕਰ ਸਕਦੇ ਹੋ ਕਿ ਵੀ ਹਾਂ ਵੀ ਕੀ ਚੀਜ਼ਾਂ ਐਗਜ਼ਿਸਟ ਕਰਦੀਆਂ, ਕੀ ਚੀਜ਼ ਨਹੀਂ ਐਗਜ਼ਿਸਟ ਕਰਦੀਆਂ ਨਾ। ਅਤੇ ਬਸ ਮੇਨਲੀ ਇਹ ਹੈ ਕਿ ਵੀ ਤੁਸੀਂ ਕੋਈ ਵੀ ਪਰਫੈਕਟ ਪ੍ਰੋਡਕਟ ਹੁੰਦਾ ਨਾ, ਉਹ ਸਾਰਾ ਫੀਡਬੈਕ ਦੇ ਨਾਲ ਹੀ ਬਣਦਾ, ਅਜ਼ੰਪਸ਼ਨਸ ਨਾਲ ਹੀ ਬਣਦਾ। ਸੋ AI ਤੋਂ ਵੱਧ ਤੋਂ ਵੱਧ ਫੀਡਬੈਕ ਲਓ, ਹੈ ਨਾ। ਤੁਸੀਂ ਕੋਈ ਵੀ ਪ੍ਰੋਡਕਟ ਹੋਵੇ, ਡਿਜੀਟਲ ਹੋਵੇ, ਫਿਜ਼ੀਕਲ ਹੋਵੇ, ਜੋ ਵੀ ਹੈ ਨਾ। ਸੋ ਹੁਣ ਪ੍ਰੋਡਕਟ ਡਿਵੈਲਪਮੈਂਟ ਹੋ ਗਿਆ, ਠੀਕ ਹੈ। ਆਪਣਾ ਹੁਣ ਵਾਪਸ ਸ਼ੁਰੂ ਕਰਦੇ ਹਾਂ, ਆਈਡੀਆ ਬਣ ਗਿਆ, ਆਈਡੀ ਤੋਂ ਬਾਅਦ ਸਟ੍ਰੈਟਜੀ ਬਣ ਗਈ ਆਪਣੀ, ਕਿਵੇਂ ਲਾਂਚ ਕਰਨਾ ਹੈ, ਠੀਕ ਹੈ। ਫਿਰ ਆਪਣਾ ਗੋ ਟੂ ਮਾਰਕੀਟ ਪਲਾਨ ਬਣ ਗਿਆ ਅਤੇ ਮਾਰਕੀਟਿੰਗ ਪਲਾਨ ਬਣ ਗਿਆ। ਫਿਰ ਆਪਾਂ ਪ੍ਰੋਡਕਟ ਡਿਵੈਲਪਮੈਂਟ ਦੀ ਗੱਲ ਕਰ ਲਈ ਕਿ ਆਪਾਂ ਫਿਗਰ ਆਊਟ ਕਿਵੇਂ ਕਰਨਾ ਕਿ ਪ੍ਰੋਡਕਟ ਬਣਾਉਣਾ ਕਿਵੇਂ ਹੈ ਅਤੇ ਕੀ ਬਣਨਾ ਚਾਹੀਦਾ ਹੈਗਾ। ਹੁਣ ਆਪਾਂ ਆਉਂਦੇ ਹੈਗੇ ਆਟੋਮੇਸ਼ਨ ਦੇ ਉੱਤੇ। ਹੁਣ ਆਪਾਂ AI ਨੂੰ ਆਪਾਂ ਕਿਵੇਂ ਯੂਜ਼ ਕਰਨਾ ਹੈ ਕਿ ਤੁਹਾਡਾ ਬਿਜ਼ਨਸ ਤੁਹਾਡੇ ਬਿਨਾਂ ਵੀ ਆਪੇ ਚੱਲਦਾ ਰਹੇ, ਠੀਕ ਹੈ। ਹੁਣ ਹਰ ਬਿਜ਼ਨਸ ਹੈ ਨਾ, ਹਰ ਬਿਜ਼ਨਸ ਦੇ ਵਿੱਚ ਬਹੁਤ ਸਾਰੇ ਰਿਪੀਟੇਟਿਵ ਟਾਸਕ ਹੁੰਦੇ ਆ, ਅਤੇ ਆਪਾਂ ਕੀ ਕਰਨਾ ਹੈ AI ਦੇ ਨਾਲ ਉਹਨੂੰ ਸਾਰੇ ਨੂੰ ਆਟੋਮੇਟ ਕਰ ਦੇਣਾ ਹੈਗਾ, ਹੈ ਨਾ। ਹੁਣ ਰਿਪੀਟੇਟਿਵ ਟਾਸਕ ਫੋਰ ਐਗਜ਼ਾਮਪਲ ਹੋ ਸਕਦੇ ਹੈਗੇ ਕਿ ਵੀ ਤੁਸੀਂ ਰੋਜ਼ ਉੱਠ ਕੇ ਆਪਦੇ ਕਲਾਇੰਟ ਨੂੰ ਈਮੇਲ ਪਾਉਣੀ ਹੈ ਨਾ। ਤੁਸੀਂ ਹਰ ਮਹੀਨੇ ਐਟ ਦ ਐਂਡ ਆਫ ਦ ਮੰਥ ਤੁਸੀਂ ਉਹਨੂੰ ਇੱਕ ਰਿਮਾਈਂਡਰ ਪਾਉਣਾ ਹੈਗਾ ਬਿੱਲ ਦਾ, ਹੈ ਨਾ। ਆਪ ਥੋੜ੍ਹੇ ਬੇਸਿਕ ਲੈਵਲ 'ਤੇ ਹੈਗੇ। ਓਬਵੀਅਸਲੀ ਹਰ ਬਿਜ਼ਨਸ ਦਾ ਡਿਫਰੈਂਟ ਸਿਸਟਮ ਹੁੰਦਾ ਹੈ ਨਾ। ਅਤੇ ਹੁਣ ਆਪਾਂ ਫਿਗਰ ਆਊਟ ਕਿਵੇਂ ਕਰਨਾ ਹੈ ਕਿ ਵੀ ਆਪਾਂ ਕਿਹੜੀ ਚੀਜ਼ਾਂ ਆਟੋਮੇਟ ਕਰ ਸਕਦੇ ਹੈਗੇ ਆ, ਰਾਈਟ। ਹੁਣ ਇੱਕ ਬੇਸਿਕ ਚੀਜ਼ ਹੁੰਦਾ ਕਿ ਤੁਸੀਂ ਇੱਕ ਫਲੋ ਚਾਰਟ ਬਣਾਓ। ਹੁਣ ਜਦੋਂ ਫਲੋ ਚਾਰਟ ਦਾ ਮਤਲਬ ਆ ਕਿ ਵੀ ਤੁਸੀਂ ਆਪਦੇ ਕੰਪਿਊਟਰ ਦੇ ਉੱਤੇ ਬਣਾ ਸਕਦੇ ਹੋ, ਜਾਂ ਫਿਰ ਤੁਸੀਂ ਇੱਕ ਪੈਨ ਐਂਡ ਪੇਪਰ ਚੱਕੋ ਅਤੇ ਆਪਦਾ ਹਰ ਇੱਕ ਟਾਸਕ ਲਿਖੋ ਬਿਜ਼ਨਸ ਦਾ ਆਪਦਾ, ਮਤਲਬ ਨਿੱਕੀ ਤੋਂ ਨਿੱਕੀ ਚੀਜ਼, ਮਤਲਬ ਕਿ ਵੀ ਕਸਟਮਰ ਤੁਹਾਡੇ ਵੈਬਸਾਈਟ 'ਤੇ ਆ ਰਿਹਾ, ਵੈਬਸਾਈਟ ਤੋਂ ਉਹਨੇ ਕਾਰਟ 'ਚ ਪਾਇਆ, ਕਾਰਟ 'ਚ ਉਹਨੇ ਪਰਚੇਸ ਕੀਤਾ, ਪਰਚੇਸ ਤੋਂ ਬਾਅਦ ਡਿਲੀਵਰ ਹੋਇਆ, ਮਤਲਬ ਹਰ ਇੱਕ ਨਿੱਕੀ ਤੋਂ ਨਿੱਕੀ ਚੀਜ਼ ਲਿਖੋ। ਫਿਰ ਤੁਹਾਨੂੰ ਕੀ ਹੈ ਨਾ, ਜਦੋਂ ਤੁਸੀਂ ਉਹਨੂੰ ਵਿਜ਼ੂਅਲੀ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਵੀ ਇਹੋ ਜਿਹੀ ਕਈ ਚੀਜ਼ਾਂ ਹੈਗੀਆਂ ਜਿਹੜੀ ਰਿਪੀਟ ਹੋ ਰਹੀਆਂ ਬਾਰ-ਬਾਰ, ਹੈ ਨਾ। ਉਹ ਕੁਛ ਵੀ ਹੋ ਸਕਦਾ ਹੈਗਾ, ਉਹ ਹੋ ਸਕਦਾ ਕਿ ਵੀ ਮੈਂ ਆਪਦੇ ਕਲਾਇੰਟ ਨੂੰ ਇੰਨੇ ਚਿਰ ਬਾਅਦ ਮੈਂ ਉਹਨੂੰ ਪੁੱਛਣਾ ਕਿ ਵੀ ਮੇਰੇ ਫੀਡਬੈਕ ਦੇ, ਹੈ ਨਾ। ਅਤੇ ਫੀਡਬੈਕ ਦੇਣ ਤੋਂ ਬਾਅਦ ਲੈਣ ਤੋਂ ਜੇ ਉਹ ਨਹੀਂ ਦੇ ਰਿਹਾ ਫੀਡਬੈਕ, ਤਾਂ ਮੈਂ ਰਿਪੀਟਡ ਮੈਸੇਜਿਸ ਪਾਉਣੇ ਇੰਨੇ ਚਿਰ ਬਾਅਦ, ਹੈ ਨਾ। ਇਨਵੋਇਸਿਸ ਹੋ ਗਏ, ਹਾਂ ਮੈਂ ਇਨਵੋਇਸਿਸ ਭੇਜਣਾ ਚਾਹੁੰਦਾ, ਹੈ ਨਾ। ਕਿ ਵੀ ਆਹ ਸਾਰਾ ਕੁਛ ਆਹੀ ਚੀਜ਼ਾਂ ਫਿਰ ਆਟੋਮੇਟ ਤੁਸੀਂ ਕਰ ਸਕਦੇ ਹੋ। ਫੋਲੋ ਅਪ ਕਰਨਾ ਕਲਾਇੰਟ ਨੂੰ, ਬਹੁਤ ਸਾਰੀ ਚੀਜ਼ਾਂ ਕਲਾਇੰਟ ਤੋਂ ਮੰਗਵਾਉਣੀ ਹੁੰਦੀ ਹੈ, ਕੋਈ ਇਨਫੋਰਮੇਸ਼ਨ ਮੰਗਵਾਉਣੀ ਹੁੰਦੀ ਹੈ, ਜਿਵੇਂ ਲੀਡਸ ਹੁੰਦੀ ਹੈ। ਤੁਸੀਂ ਲੀਡਸ ਮਤਲਬ ਕਿ ਜਿਹੜੇ ਬੰਦੇ ਤੁਸੀਂ ਅਜੇ ਕਸਟਮਰ ਬਣਾਏ ਨਹੀਂ ਗਏ ਪਰ
ਬਣ ਸਕਦੇ ਆ ਜਿਹੜੇ ਤੁਹਾਡੇ ਅੰਦਰ ਇੰਟਰਸਟਡ ਹੈਗੇ ਆ। ਉਹਨਾਂ ਨੂੰ ਜਿਵੇਂ ਹੁੰਦਾ ਸੀਗਾ ਕਿ ਬਈ ਉਹਨਾਂ ਦਾ ਕੋਈ ਮੈਸੇਜ ਆਇਆ ਕਿ ਬਈ ਹਾਂ ਵੀ ਮੈਂ ਇੰਟਰਸਟਡ ਹੈਗਾ ਐਡ ਤੋਂ, ਤੁਸੀਂ ਫੋਲੋ ਅਪ ਕਰ ਸਕਦੇ ਹੈਗੇ ਹੋ AI ਦੇ ਨਾਲ, ਇਸ ਹਿਸਾਬ ਨਾਲ ਕੈਲਕੂਲੇਟ ਕਰਕੇ ਕਿ ਹਾਂ ਵੀ ਇਹਨਾਂ ਨੂੰ 3 ਦਿਨ ਹੋ ਗਏ, ਜਿਨ੍ਹਾਂ ਨੂੰ 3 ਦਿਨ ਹੋ ਗਏ ਉਹਨਾਂ ਨੂੰ ਮੈਸੇਜ ਕਰੋ। ਇਹਦੇ ਕੁਛ ਮਤਲਬ ਬਹੁਤ ਕੁਛ ਹੋ ਸਕਦਾ। ਐਂਡ ਅਗੇਨ ਜਿਵੇਂ ਜੇ ਤੁਸੀਂ ਸਰਵਿਸ ਬਿਜ਼ਨਸ ਖੋਲ ਰਹੇ ਹੋ, ਫੋਰ ਐਗਜ਼ਾਮਪਲ ਤੁਸੀਂ ਕਿਸੇ ਕੋਲਡ ਆਡੀਅנס ਨੂੰ ਰੀਚ ਆਊਟ ਕਰਨਾ ਚਾਹੁੰਦੇ ਹੋ, ਤੁਸੀਂ ਆਪਦੇ ਉਹ ਲਿਸਟ ਬਣਾ ਕੇ ਤੁਸੀਂ AI ਨੂੰ ਲਾ ਸਕਦੇ ਹੋ ਉਹਨਾਂ ਨਾਲ ਗੱਲਾਂ ਕਰਨ ਵਾਸਤੇ, ਕਿ ਉਹਨਾਂ ਨੂੰ ਰੈਗੂਲਰਲੀ ਈਮੇਲਸ ਭੇਜ ਰਿਹਾ ਹੈਗਾ, ਜੇ ਕਿਸੇ ਦਾ ਰਿਪਲਾਈ ਆ ਰਿਹਾ ਉਹਨਾਂ ਨੂੰ ਵੀ ਰਿਪਲਾਈ ਕਰ ਰਿਹਾ ਹੈਗਾ ਨਾ। ਸੋ ਫੋਰ ਐਗਜ਼ਾਮਪਲ ਉਹ ਕਿਵੇਂ ਬਣਦਾ ਹੁੰਦਾ, ਹੁਣ ਮੈਂ ਤੁਹਾਨੂੰ 2 ਟੂਲਸ ਦੱਸਦਾ। ਇੱਕ ਹੁੰਦਾ make.com ਅਤੇ ਇੱਕ ਹੁੰਦਾ 989। 8 ਤੁਸੀਂ ਨੰਬਰ 8 ਪਾਉਣਾ ਹੈ ਨਾ। ਆਹ 2 AI ਟੂਲਸ ਜਿਹੜੇ ਵਧੀਆ ਟੂਲਸ ਹੈਗੇ ਜਿਹੜੇ ਮੈਂ ਆਪ ਯੂਜ਼ ਕੀਤੇ ਆ, ਇਹਨਾਂ ਨਾਲ ਤੁਸੀਂ ਕਰ ਸਕਦੇ ਹੋ ਨਾ। ਹੁਣ ਸਰਵਿਸ ਬਿਜ਼ਨਸ ਕੀ ਹੈ ਨਾ, ਕਿ ਜਿਵੇਂ ਤੁਸੀਂ ਇੱਕ ਗੋਲ ਦੇ ਸਕਦੇ ਹੋ ਕਿ ਵੀ ਹਾਂ ਵੀ ਮੈਂ ਇਸ ਬੰਦੇ ਨਾਲ ਮੀਟਿੰਗ ਬੁੱਕ ਕਰਾਉਣੀ ਹੈ, ਸੇਲਸ ਮੀਟਿੰਗ ਬੁੱਕ ਕਰਾਉਣੀ ਹੈ, ਤੂੰ ਕਿਵੇਂ ਨਾ ਕਿਵੇਂ ਬਸ ਉਹਨੂੰ ਸੇਲਸ ਮੀਟਿੰਗ 'ਤੇ ਲਿਆ। ਹੁਣ ਤੁਸੀਂ ਕੀ ਹੈ ਕਿ ਤੁਸੀਂ ਉਹਨੂੰ ਈਮੇਲਸ ਦੇ ਥਰੂ ਉਸ AI ਨੂੰ ਪਾਤਾ ਅਤੇ ਉਹ ਆਪੇ ਕਨਵਰਸੇਸ਼ਨ ਕਰਦਾ ਰਹੂਗਾ ਹੈ ਨਾ। ਡਿਫਰੈਂਟ ਟਾਈਪ ਆਫ ਹੈਡਿੰਗਸ, ਡਿਫਰੈਂਟ ਟਾਈਪ ਆਫ ਫੀਡ ਪਾਇਆ ਕਰੂਗਾ ਕਿ ਵੀ ਹਾਂ ਬਈ ਪਲੀਜ਼ ਬਈ ਤੁਸੀਂ ਮੇਰਾ ਆਹ ਅਸੀਂ ਪ੍ਰੋਡਕਟ ਵੇਚਦੇ ਹੈਗੇ ਆ ਅਤੇ ਆਹ ਤੇਰੀ ਪ੍ਰੋਬਲਮ ਸੋਲਵ ਕਰਾਂਗੇ, ਇੱਕ ਮੀਟਿੰਗ ਲਾ ਲਾ ਹੈ ਨਾ। ਉਹ ਆਪੇ ਕਨਵਰਸੇਸ਼ਨ ਕਰੂਗਾ। ਲਿਟਰਲੀ ਇਹ ਇੰਨਾ ਜ਼ਿਆਦਾ ਸਮਾਰਟ ਹੈਗਾ। ਅਤੇ ਤੁਸੀਂ ਮਤਲਬ ਆਹ ਬਹੁਤ ਜ਼ਿਆਦਾ ਟਾਈਮ ਵਾਲਾ ਕੰਮ ਆ ਕਿ ਵੀ ਤੁਸੀਂ ਸਾਨੂੰ ਤੁਹਾਡੇ ਕੋਲ 1000 ਕਲਾਇੰਟਾਂ ਦੀ ਲੀਡਸ ਦੀ ਲਿਸਟ ਹੈ ਜਿਹਨੂੰ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਅਤੇ ਤੁਸੀਂ ਇੱਕ ਕਰਕੇ ਸਾਰਿਆਂ ਨੂੰ ਈਮੇਲਸ ਭੇਜੋ। ਸੋਚੋ ਕਿੰਨਾ ਟਾਈਮ ਜਿਹੜਾ ਬਚੂਗਾ ਤੁਹਾਡਾ। ਤੁਸੀਂ ਫਿਰ ਉਸ ਟਾਈਮ ਨੂੰ ਤੁਸੀਂ ਹੋਰ ਥਾਵਾਂ 'ਤੇ ਲਾ ਸਕਦੇ ਹੈਗੇ ਹੋ ਜਿਹਦੇ ਨਾਲ ਤੁਸੀਂ ਆਪਦਾ ਬਿਜ਼ਨਸ ਵਧਾ ਸਕੋ। ਸੋ ਇਹ ਜਿਹੇ ਜਿਹੜੇ ਰਿਪੀਟਡ ਟਾਸਕ ਹੈਗੇ ਆ ਉਹ ਬਹੁਤ ਜ਼ਿਆਦਾ ਉਹ ਕਰੂਗਾ, ਮਤਲਬ ਬਹੁਤ ਜ਼ਿਆਦਾ ਸੌਖੇ ਕਰ ਦੂਗਾ। ਅਤੇ ਸਭ ਤੋਂ ਵੱਡੀ ਗੱਲ ਕਿ ਜਿਹੜੇ AI ਇੰਪਲੋਈਜ਼ ਹੈ ਕਦੇ ਤੁਹਾਨੂੰ ਰਿਜ਼ਾਈਨ ਨਹੀਂ ਕਰਨਗੇ, ਕਦੇ ਤੁਹਾਨੂੰ ਛੱਡ ਕੇ ਨਹੀਂ ਜਾਣਗੇ ਨਾ। ਸੋ ਬਹੁਤ ਜ਼ਿਆਦਾ ਰਿਲਾਇਬਲ ਹੈਗੇ ਆ। ਹਾਂ ਕੋਈ ਐ ਨਹੀਂ ਹੈਗਾ। ਤੁਹਾਡਾ ਖਰਚਾ ਕਿੰਨਾ ਵੱਜਦਾ, ਖਰਚਾ ਸਭ ਤੋਂ ਜ਼ਿਆਦਾ ਖਰਚਾ ਵੱਜਦਾ। ਨਵੀਂ ਹਾਇਰ ਨਹੀਂ ਕਰਨੀ ਪੈਂਦੀ, ਕੋਈ ਟ੍ਰੇਨਿੰਗ ਨਹੀਂ ਕਰਨੀ, ਟ੍ਰੇਨਿੰਗ ਨਹੀਂ ਕਰਨੀ ਪੈਂਦੀ। ਕਿਸੇ ਕੋਈ ਗੱਪ ਨਹੀਂ ਮਾਰਦਾ ਕਿ ਵੀ ਮੇਰਾ ਡੈਡੀ ਨੂੰ ਆਹ ਹੋ ਗਿਆ, ਹਾਂ ਕੋਈ ਆਪਦੀ ਦਾਦੀ ਨੂੰ ਨਹੀਂ 5-6 ਵਾਰ ਮਾਰਦਾ। ਸੋ ਆਹ ਚੀਜ਼ਾਂ ਕਰਕੇ AI ਇੰਪਲੋਈਜ਼ ਤਾਂ ਹੀ ਤਾਂ ਲੋਕੀ ਫਾਇਰ ਕਰ ਰਹੇ ਹੈਗੇ ਆ। ਮੈਂ ਐਮਾਜ਼ਨ ਵਾਲਾ ਐਗਜ਼ਾਮਪਲ ਦਿੱਤਾ ਸੀਗਾ, ਹੋਰ ਕਿਉਂ ਦਿੱਤਾ ਸੀਗਾ? 14,000 ਲੋਕਾਂ ਨੂੰ ਸੰਭਾਲਣਾ ਸੌਖਾ ਤਾਂ ਨਹੀਂ ਹੁੰਦਾ ਹੈ ਨਾ। ਉਹਨਾਂ 14,000 'ਚ ਕੋਈ ਇੱਕ ਬੰਦਾ 2 ਬਹਾਨੇ ਵੀ ਲਾ ਰਿਹਾ, 28,000 ਬਹਾਨੇ ਹੋ ਗਏ। ਹਾਂ ਜਿਵੇਂ ਇੱਕ ਮੁੰਡਾ ਸੀਗਾ ਕੰਮ ਕਰਦਾ ਸੀਗਾ ਮਾਰਕੀਟਿੰਗ, ਸਾਡੀ ਮਾਰਕੀਟਿੰਗ ਏਜੰਸੀ ਦੇ। ਅਤੇ ਉਹਦੇ ਪਹਿਲਾਂ ਹੋਏ ਨਾਨਾ, ਕਹਿੰਦਾ ਮੇਰੇ ਨਾਨਾ ਬਿਮਾਰ ਹੋ ਗਿਆ। ਠੀਕ ਹੈ, ਨਾਨਾ ਫਿਰ ਬਾਲਾ ਬਿਮਾਰ ਹੋ ਗਿਆ। ਫਿਰ ਜੇ ਆ ਗਿਆ ਜੇ ਭਰਾਵਾ ਆ ਜਾ ਹੁਣ ਪੁੱਠਾ, ਕਹਿੰਦਾ ਫਿਰ ਬਿਮਾਰ ਹੋਰ ਜ਼ਿਆਦਾ ਹੋ ਗਿਆ। ਫਿਰ ਕਿਉਂਕਿ ਨਾਨਾ ਨੂੰ ਦੇਖ ਕੇ ਉਹਦੀ ਮੰਮੀ ਬਿਮਾਰ ਹੋ ਗਈ। ਫਿਰ ਨਾਨਾ ਤਾਂ ਐਡਮਿਟ ਸੀਗਾ ਹੀ, ਫਿਰ ਉਹਦੀ ਮੰਮੀ ਵੀ ਐਡਮਿਟ ਹੋ ਗਈ। ਅੱਛਾ ਆ ਵੀ ਹੋਇਆ? ਹਾਂ, ਫਿਰ ਉਹਦੀ ਮੰਮੀ ਵੀ ਐਡਮਿਟ ਹੋ ਗਈ। ਫਿਰ ਦੋਨੋਂ ਐਡਮਿਟ ਹੋ ਗਏ। ਮੰਮੀ ਬਾਲਾ ਰੋਂਦੀ ਸੀ। ਫਿਰ ਜਦੋਂ ਉਹਦੀ ਮੰਮੀ ਐਡਮਿਟ ਹੋ ਗਈ, ਫਿਰ ਸਾਰਾ ਪਰਿਵਾਰ ਧਿਆਨ ਦੇਣ ਲੱਗ ਗਿਆ ਉਹਨਾਂ 'ਤੇ, ਉਹਦੇ ਨਾਨੇ ਦੇ ਤੇ ਮੰਮੀ ਤੇ ਇੱਕ ਜਿਹੜਾ ਜਵਾਕ ਸੀਗਾ ਉਹ ਟ੍ਰੇਨ ਸਟੇਸ਼ਨ ਦੇ ਅੰਦਰ ਪਤਾ ਨਹੀਂ ਟ੍ਰੇਨ ਦੇ ਥੱਲੇ ਆ ਗਿਆ। ਉਹਨਾਂ ਦਾ ਕੋਈ ਜਵਾਕ ਸੀ? ਹਾਂ ਉਹ ਵੀ ਫੈਮਿਲੀ ਦਾ ਗੁੱਡਾ। ਮਤਲਬ ਕਹਿੰਦਾ ਕਿ ਬਈ ਇੰਨਾ ਟਾਈਮ ਦਾ ਆਪਾਂ ਦਿੰਦੇ ਸੀਗੇ ਕਿ ਹਾਂ ਬਈ ਹੁਣ ਕੀ ਬਣਿਆ ਕਿ ਹੁਣ ਆ ਰਿਹਾ ਕੀ ਹੈ ਸਿਸਟਮ ਨਾ। ਬਾਈ ਏਡਾ ਤਕੜਾ ਬਹਾਨਾ ਅੱਗੋਂ ਕੋਈ ਬੰਦਾ ਕਹੇ ਬਾਈ ਸੋ ਸੌਰੀ, ਕੋਈ ਚੱਕਰ ਨਹੀਂ ਬਾਈ। ਫਿਰ ਉਹਦਾ ਜੋ ਵੀ ਸੀਗਾ ਕਿ ਛੋਟਾ ਨਿਆਣਾ ਫੈਮਿਲੀ 'ਚੋਂ, ਫਿਰ ਉਹ ਟ੍ਰੇਨ ਥੱਲੇ ਆ ਗਿਆ। ਫਿਰ ਉਹ ਪਤਾ ਨਹੀਂ ਕੀ ਸਿਸਟਮ ਸੀ, ਫਿਰ ਉਹਨੂੰ ਚੱਕੀ ਫਿਰੇ ਐਂ ਸਟੋਰੀ ਵੀ ਏਡੀ ਖਤਰਨਾਕ ਸਟੋਰੀ। ਸਹੀ ਗੱਲ ਹੈ। ਅਤੇ ਫਿਰ ਉਹਦਾ ਸਿਸਟਮ ਸੀ, ਫਿਰ ਉਹਦਾ ਬਾਪੂ ਥੋੜ੍ਹੇ ਚਿਰ ਬਾਅਦ ਬਾਪੂ ICU ਚੱਲ ਗਿਆ ਹੈ ਨਾ। ਅਤੇ ਉਹਨੇ ਘਰੇ ਬਹੁਤ ਜ਼ਿਆਦਾ ਮੀਂਹ ਆ ਗਿਆ, ਪਤਾ ਨਹੀਂ ਇਹਦਾ ਕੁਛ ਹੈ ਨਾ। ਅਤੇ ਲੈ ਦੇ ਕੇ ਉਹ ਕਿਤੇ ਇੱਕ ਹੋਰ ਕੰਮ ਵਾਲੇ ਆਪਣੇ ਕੰਮ ਤੋਂ ਇੱਕ ਹੋਰ ਮੁੰਡੇ ਨੇ ਦੱਸਿਆ ਕਿ ਬਈ ਉਹਦਾ ਵਿਆਹ ਸੀਗਾ। ਉਹਦਾ ਵਿਆਹ ਕਰਾ ਰਿਹਾ ਸੀ ਉਹ। ਅੱਛਾ, ਮੈਰਿਜ ਕਰਾਈ ਸੀ ਪੱਟੂ ਨੇ, ਤਾਂ ਕਰਕੇ। ਹਾਂ, ਅਤੇ ਉਹ ਘਰੇ ਹੋਣਾ ਕੋਈ ਪਹਿਲਾਂ ਮੰਨਦੇ ਨਹੀਂ ਹੋਣੇ, ਅਤੇ ਆਏ ਤੁਰਿਆ ਫਿਰਦਾ ਸੀ ਉਹ ਮੈਂ ਤਾਂ ਕਰਦਾ। ਸੋ ਇਹਦਾ ਹੁਣ ਮਤਲਬ ਪਰਸਪੈਕਟਿਵ ਸਮਝੋ। ਹੁਣ ਆਪਾਂ ਵੀ ਕਦੇ ਨਾ ਕਦੇ ਇੰਪਲੋਈਜ਼ ਰਹੇ ਹੋਵਾਂਗੇ, ਆਪਾਂ ਵੀ ਬਹੁਤ ਬਹਾਨੇ ਮਾਰੇ ਹੈ ਨਾ ਕਿ ਵੀ ਹਾਂ ਮੇਰੀ ਐਨ ਮੌਕੇ 'ਤੇ ਅੱਜ ਹੀ ਨਹੀਂ ਕਰਦਾ ਕੰਮ ਕਰਨ ਨੂੰ ਹੈ ਨਾ, ਵੀ ਆਹ ਹੋ ਗਿਆ, ਉਹ ਢਿੱਡੋਂ ਦੁਖਣ ਲੱਗ ਗਿਆ, ਫਲਾਣਾ ਦੁਖਣ ਲੱਗ ਗਿਆ। ਪਰ ਜੇ ਤੁਸੀਂ ਇੰਪਲੋਇਰ ਦੇ ਪਰਸਪੈਕਟਿਵ ਤੋਂ ਦੇਖੋ ਵੀ ਉਹਦਾ ਤਾਂ ਕੰਮ ਖੜ ਗਿਆ ਨਾ। ਹਾਂ, ਜੇ ਤੁਸੀਂ ਆਪ ਵੀ ਬਿਜ਼ਨਸ ਵਾਲੇ ਬਣੋਗੇ ਤਾਂ ਤੁਹਾਡਾ ਕੰਮ ਖੜ ਗਿਆ, ਤੁਸੀਂ ਤਾਂ ਨਹੀਂ ਪੈਸੇ ਕਮਾ ਰਹੇ ਉਸ ਇੰਪਲੋਈ ਕਰਕੇ। ਆਪਣੇ ਕਲਾਇੰਟਸ ਨੂੰ ਵੀ ਆਹੀ ਸੇਮ ਸਟੋਰੀਆਂ ਦੱਸਣੀ ਪੈ ਰਹੀਆਂ ਸੀਗੀਆਂ। ਹਾਂ, ਹੈ ਨਾ ਕਿ ਵੀ ਆਹ ਚੱਕਰ ਆ ਰਿਹਾ ਕਿ ਉਹ ਵੀ ਅਗਲਾ ਫੀਲ ਤਾਂ ਕਰਦੇ ਹੋਣੇ ਕਿ ਬਈ ਕੁਛ ਜ਼ਿਆਦਾ ਨਹੀਂ ਹੋਈ ਜਾਂਦਾ ਕਿ 2 ਮਹੀਨੇ ਹੋ ਗਏ ਮੇਰੀ ਮਤਲਬ ਕੰਮ ਹੀ ਅੜਿਆ ਹੋਇਆ। ਸਹੀ ਗੱਲ ਹੈ। ਤਾਂ ਉਹਦੇ ਕਰਕੇ ਤੁਸੀਂ ਸਫਰ ਹੁੰਦੇ, ਤੁਹਾਡੇ ਕਲਾਇੰਟ ਸਫਰ ਹੁੰਦੇ ਆ, ਅਤੇ ਅਲਟੀਮੇਟਲੀ ਪੈਸੇ ਘਾਟਾ ਪੈਂਦਾ ਹੈ ਨਾ, ਜੋ ਆਪਾਂ ਨਹੀਂ ਚਾਹੁੰਦੇ। ਸੋ ਇਹਨੂੰ AI ਇੰਪਲੋਈਜ਼ ਨਾਲ ਰਿਪਲੇਸ ਕਰਕੇ ਤੁਸੀਂ ਆਹ ਪ੍ਰੋਬਲਮ ਹਮੇਸ਼ਾ ਲਈ ਸੋਲਵ ਕਰ ਸਕਦੇ ਹੈਗੇ। ਹੁਣ ਇੱਥੇ ਗੱਲ ਬਹੁਤ ਸਾਰੇ ਟਾਸਕਸ ਹੁੰਦੇ ਹੈਗੇ ਆ ਜਿਹੜੇ ਇਕੱਲਾ AI ਨਹੀਂ ਕਰ ਸਕਦਾ ਹੈਗਾ ਨਾ, ਅਤੇ ਕਰ ਵੀ ਨਹੀਂ ਪਾਊਗਾ ਪ੍ਰੋਬੇਬਲੀ ਅਗਲੇ 10 ਸਾਲਾਂ ਦੇ ਅੰਦਰ ਹੈ ਨਾ। ਹੁਣ ਜਦੋਂ ਕਹਿ ਰਹੇ ਆਪਾਂ ਪਰ ਉਹ ਜਿਹੜੀ ਜੋਬਸ ਜਿਹੜੀ AI ਕਰ ਹੀ ਨਹੀਂ ਸਕਦਾ, ਉਹ AI ਕਿਉਂ ਲੈ ਰਿਹਾ ਹੈਗਾ, ਆਹ ਗੱਲ ਨਹੀਂ ਲੋਕਾਂ ਨੂੰ ਕਈ ਨਹੀਂ ਸਮਝ ਲੱਗਦੀ। ਕਿ ਮੈਂ ਬੜਾ ਸੋਹਣਾ ਐਗਜ਼ਾਮਪਲ ਇੱਕ ਮੁੰਡੇ ਤੋਂ ਸੁਣਿਆ ਜਿਹਨੇ ਬੜਾ ਵਧੀਆ ਸਮਝਾਇਆ। ਉਹ ਕਹਿੰਦਾ ਕਿ ਲੈਟਸ ਸੇ ਕੰਪਨੀ ਅੰਦਰ 200 ਇੰਪਲੋਈਜ਼ ਹੈਗੇ ਆ, ਕੀ ਆ ਲੈਟਸ ਸੇ ਕੋਡ ਕਰਦੇ ਆ ਨਾ ਸਾਰੇ ਦੇ ਸਾਰੇ,
200 ਬੰਦਾ ਸੀਗਾ, ਹੁਣ ਸੇਮ ਆਲਮੋਸਟ ਸਾਰੇ ਸੇਮ ਉਹਦੇ ਉੱਤੇ ਸੀਗੇ, ਸੇਮ ਪੋਜੀਸ਼ਨ ਉੱਤੇ ਸੀਗੇ, ਸੇਮ ਕੰਮ ਕਰਦੇ ਸੀਗੇ। AI ਕੀ ਕਰਦਾ ਹੈਗਾ ਕਿ ਉਹਨਾਂ 'ਚ ਇੱਕ ਵੀ ਬੰਦੇ ਨੂੰ ਰਿਪਲੇਸ ਨਹੀਂ ਕਰ ਸਕਦਾ, ਪਰ ਜਿਹੜੇ ਬਾਹਲੇ ਭਕਾਈ ਵਾਲੇ ਕੰਮ ਹੈਗੇ ਆ ਕਿ ਕੋਡ ਮਤਲਬ ਤੁਹਾਡੇ ਵਾਸਤੇ ਕਰਨਾ ਅਤੇ ਸਾਰਾ ਕੁਛ ਕਿ ਇੰਨਾ ਜ਼ਿਆਦਾ ਉਹਨੂੰ ਟਾਈਪ ਕਰਨਾ ਪੈਂਦਾ, ਵਾਰੀ ਰਿਪੀਟ ਨਹੀਂ ਚੀਜ਼ਾਂ, ਉਹ ਸਾਰੀ ਖੁਦ ਕਰ ਦਿੰਦਾ ਹੈਗਾ। ਜਿਸ ਕਰਕੇ ਕੰਪਨੀਜ਼ ਕੀ ਕਰਦੀਆਂ, ਜਿਹੜੇ ਟਾਪ ਪਰਫਾਰਮਿੰਗ 20 ਇੰਪਲੋਈਜ਼ ਹੈਗੇ ਆ ਉਹਨਾਂ ਨੂੰ ਰੱਖ ਲੈਂਦੀਆਂ। 180 ਬੰਦੇ ਜਿਹੜੇ ਸੀਗੇ ਥੱਲੜੇ, ਜਿਹੜੇ ਘੱਟ ਪਰਫਾਰਮੈਂਸ ਮਾੜੀ ਪਰਫਾਰਮੈਂਸ ਕਰ ਰਹੇ ਸੀ, ਉਹਨਾਂ ਨੂੰ ਕੱਢ ਦਿੰਦੀਆਂ ਅਤੇ ਉਹਨਾਂ ਨੂੰ ਤਕੜਾ AI ਦੇ ਦਿੰਦੀਆਂ ਹੈਗੀਆਂ ਟਾਪ 20 ਵਾਲੇ ਬੰਦੇ ਨੂੰ। ਜੇ ਐਂ ਕਰਕੇ ਜੋਬਸ ਘੱਟ ਰਹੀਆਂ ਹੈਗੀਆਂ ਹੈ ਨਾ, ਕਿ ਵੀ ਇਹਦੇ ਵਾਸਤੇ ਤੁਸੀਂ ਮਤਲਬ ਜਿਹੜੀ ਜੋਬਸ ਨਹੀਂ ਵੀ AI ਕਰ ਸਕਦਾ, ਕਿਸੇ ਨਾ ਕਿਸੇ ਤਰੀਕੇ ਨਾਲ ਹੈਲਪ ਹਮੇਸ਼ਾ ਕਰਦਾ 100% ਹੁੰਦੀ ਹੈ। ਬਿਲਕੁਲ। ਹੁਣ ਜਿਵੇਂ ਤੂੰ ਗੱਲ ਕਰ ਰਹੇ ਇਹਦੀ AI ਹੈਲਪ ਦੀ ਹੈ ਨਾ, ਹੁਣ ਇਸੀ ਗੱਲ 'ਤੇ ਆਪਾਂ ਜੇ ਗੱਲ ਕਰੀਏ, ਹੁਣ ਜਿਵੇਂ ਮੈਂ ਪਹਿਲਾਂ ਮਾਰਕੀਟਿੰਗ ਦੀ ਗੱਲ ਕੀਤੀ ਸੀ ਨਾ, ਹੁਣ ਆਪਾਂ ਕੰਟੈਂਟ ਦੀ ਗੱਲ ਕਰੀਏ। ਹੁਣ ਕਿਸੇ ਵੀ ਬਿਜ਼ਨਸ ਨੂੰ ਕੰਟੈਂਟ ਤਾਂ ਚਾਹੀਦਾ ਹੀ ਹੁੰਦਾ ਹੈ ਨਾ। ਕੰਟੈਂਟ ਉਹ ਐਡਸ ਦੇ ਰੂਪ ਵਿੱਚ ਵੀ ਹੋ ਸਕਦਾ, ਕੰਟੈਂਟ ਉਹ ਤੁਹਾਡੇ ਵੈਬਸਾਈਟ ਵੀ ਹੋ ਸਕਦਾ ਨਾ, ਉਹ ਸਾਰਾ ਕੰਟੈਂਟ 'ਚ ਵੀ ਆ ਜਾਂਦਾ ਸਾਰਾ ਕੁਛ, ਕਿ ਤੁਹਾਡੀ ਵੈਬਸਾਈਟ 'ਤੇ ਤੁਸੀਂ ਕੀ ਲਿਖਿਆ ਅਤੇ ਤੁਸੀਂ ਵੀਡੀਓਜ਼ ਕੀ ਪਾ ਰਹੇ ਹੈਗੇ ਹੋ ਨਾ, ਤੁਸੀਂ ਫੋਟੋਆਂ ਕੀ ਪਾ ਰਹੇ ਹੋ, ਇਹ ਵੋ। ਹੁਣ AI ਕੀ ਕਰ ਸਕਦਾ ਨਾ, AI ਥੋੜ੍ਹਾ ਕ੍ਰੀਏਟਿਵ ਪਾਰਟਨਰ ਬਣ ਸਕਦਾ। ਹੁਣ ਜਿਵੇਂ ਇਹਨੇ ਗੱਲ ਕੀਤੀ ਕਿ ਵੀ ਉਹ ਰਿਪਲੇਸ ਕਰ ਦਿੰਦਾ। ਹੁਣ ਕੀ ਹੈ ਨਾ, ਅੱਜ ਦੇ ਟਾਈਮ ਵਿੱਚ ਆਲਰੇਡੀ ਇਹੋ ਜਿਹੇ ਟੂਲਸ ਐਗਜ਼ਿਸਟ ਕਰਦੇ ਆ। ਜਿਵੇਂ ਹੁਣ ਕਾਪੀ ਰਾਈਟਿੰਗ ਇੱਕ ਬਹੁਤ ਵੱਡੀ ਜੋਬ ਹੁੰਦੀ ਸੀ ਇੱਕ ਪੁਆਇੰਟ 'ਤੇ, ਮਤਲਬ ਬਹੁਤ ਵੱਡਾ, ਮਤਲਬ ਬਹੁਤ ਪੈਸੇ ਵੀ ਬਹੁਤ ਬਣਦੇ ਹੁੰਦੇ ਸੀਗੇ ਅਤੇ ਬਹੁਤ ਡਿਮਾਂਡ ਵਾਲੀ ਜੋਬ ਹੁੰਦੀ ਸੀ। ਬਹੁਤ ਤਗੜੀ ਸਕਿੱਲ ਸੀਗੀ ਕਾਪੀ ਰਾਈਟਿੰਗ ਬੇਸਿਕਲੀ। ਵੈਸੇ ਜਿਹਨਾਂ ਨੂੰ ਨਹੀਂ ਪਤਾ, ਮੈਨੂੰ ਵੀ ਨਹੀਂ ਪਤਾ ਸੀਗਾ ਮਾਰਕੀਟਿੰਗ ਏਜੰਸੀ ਸ਼ੁਰੂ ਕਰਨ ਤੋਂ ਪਹਿਲਾਂ। ਸੋ ਮਤਲਬ ਉਹ ਕਾਪੀ ਰਾਈਟਿੰਗ ਕੀ ਹੈ, ਮਤਲਬ ਜਿਹੜਾ ਬੰਦਾ ਐਸਾ ਉਹ ਚੀਜ਼ਾਂ ਲਿਖ ਸਕੇ ਜਿਹਨਾਂ ਵੱਧ ਤੋਂ ਵੱਧ ਲੋਕ ਖਰੀਦਣ। ਤੁਸੀਂ ਉਹ ਕਾਪੀ ਰਾਈਟਿੰਗ ਐ ਨਹੀਂ ਹੋ ਸਕਦਾ ਜਿਹਨੇ ਬਿਲਬੋਰਡ 'ਤੇ ਕੁਛ ਨਾ ਕੁਛ ਲਿਖਿਆ ਹੈਗਾ, ਉਹ ਵੀ ਕਾਪੀ ਰਾਈਟਿੰਗ ਕਿਸੇ ਕਾਪੀ ਰਾਈਟਰ ਨੇ ਲਿਖਿਆ ਹੈਗਾ। ਅਤੇ ਜਿਨ੍ਹਾਂ ਨੇ ਇੱਕ ਤੁਸੀਂ ਐਡ ਦੇਖੀ, ਸਪੋਂਸਰਡ ਐਡ ਦੇਖੀ, ਉਹ ਵੀ ਕਾਪੀ ਰਾਈਟਰ ਨੇ ਲਿਖੀ ਹੈ। ਕੰਟੈਂਟ ਦੇਖਿਆ, ਉਹ ਵੀ ਕਿਸੇ ਕਾਪੀ ਰਾਈਟਰ ਨੇ ਲਿਖਿਆ। ਸੋ ਜਿਹੜਾ ਵੀ ਬੰਦਾ ਕੁਛ ਲਿਖਦਾ ਹੈਗਾ, ਜਿਹਦੇ ਤੋਂ ਕੁਛ ਵਿਕਦਾ ਹੈਗਾ, ਬਿਜ਼ਨਸ ਵਾਸਤੇ ਲਿਖਦਾ ਹੈਗਾ, ਉਹ ਬੜਾ, ਜਿਹੜੇ ਵੱਡੇ ਬਿਜ਼ਨਸ ਹੁੰਦੇ ਬਹੁਤ ਜ਼ਿਆਦਾ ਸੋਚ ਸਮਝ ਕੇ ਲਿਖਦੇ ਹੈਗੇ ਆ, ਹੈ ਨਾ। ਅਤੇ ਮਾਰਕੀਟਿੰਗ ਏਜੰਸੀਜ਼ ਕੋਲ ਪ੍ਰੋਪਰ ਕਾਪੀ ਰਾਈਟਰਸ ਹੁੰਦੇ ਆ, ਜਿਹਨਾਂ ਨੂੰ ਇਹ ਪਤਾ ਹੁੰਦਾ ਕਿ ਅਸੀਂ ਵੱਧ ਤੋਂ ਵੱਧ ਸਮਾਨ ਇੱਕ ਸੈਂਟੈਂਸ ਦੀ ਲਾਈਨ ਤੋਂ ਕਿਵੇਂ ਵੇਚ ਸਕਦੇ ਹੈਗੇ। ਹਾਂ, ਸੋ ਉਹ ਹੁੰਦਾ ਕਾਪੀ ਰਾਈਟਰ। ਹੁਣ ਇੱਕ ਵਧੀਆ ਪਛਾਣ ਹੈ ਵਧੀਆ ਕਾਪੀ ਰਾਈਟਰ ਅਤੇ ਮਾੜੇ ਕਾਪੀ ਰਾਈਟਰ ਦੀ, ਕਿ ਜਿਵੇਂ ਤੁਸੀਂ ਬਹੁਤ ਬਿਲਬੋਰਡ ਦੇਖਦੇ ਹੋਵੋਗੇ ਹੈ ਨਾ, ਉਹਨਾਂ 'ਚੋਂ ਜਿਹਨੇ ਥੋੜ੍ਹੀ ਅੱਖ ਫੜ ਲਈ ਹੈ ਨਾ, ਉਹ ਵਧੀਆ ਕਾਪੀ ਰਾਈਟਰ ਹੈ। ਜਿਹਨੇ ਨਹੀਂ ਫੜੀ ਉਹ ਥੋੜ੍ਹਾ ਮਾੜਾ ਕਾਪੀ ਰਾਈਟਰ ਹੈ। ਹੁਣ ਚੱਕਰ ਕੀ ਹੈ ਕਿ ਵੀ ਹੁਣ ਆਹ ਸਕਿੱਲ ਸੀ ਨਾ, ਪਹਿਲਾਂ ਐ ਸੀ ਕਿ ਵੀ ਹਾਂ ਬਈ ਕੋਈ ਫਲਾਨਾ ਵਧੀਆ ਕਾਪੀ ਰਾਈਟਰ ਹੈ, ਉਸ ਕੰਪਨੀ ਲਈ ਕੰਮ ਕਰਦਾ, ਸਾਡੇ ਲਈ ਨਹੀਂ ਕੰਮ ਕਰਦਾ, ਤਾਂ ਸਾਡਾ ਮਾੜਾ ਕਾਪੀ ਰਾਈਟਰ ਹੈ ਨਾ। ਹੁਣ ਕੀ ਸਿਸਟਮ ਹੈ, AI ਨਾਲ ਇੰਨਾ ਵਧੀਆ ਕੰਮ ਹੋ ਗਿਆ ਕਿ ਤੁਸੀਂ ਉਹਨਾਂ ਵਾਲਾ ਕਾਪੀ ਰਾਈਟਰ ਵੀ ਚੱਕ ਸਕਦੇ ਹੋ ਆਪਦੀ ਕੰਪਨੀ ਲਈ, ਹੈ ਨਾ। ਕਿ ਵੀ ਸਮਝੋ ਤੁਹਾਨੂੰ ਕੋਈ ਇਹੋ ਜਿਹੀ ਕੋਈ ਕੰਪਨੀ ਹੈਗੀ ਜਿਹੜੀ ਤੁਹਾਨੂੰ ਐਡਸ ਬਹੁਤ ਪਸੰਦ ਹੈ, ਜਾਂ ਫਿਰ ਜਿਹੜੀ ਤੁਹਾਨੂੰ ਵੈਬਸਾਈਟ ਬਹੁਤ ਪਸੰਦ ਹੈ, ਕੀ ਲਿਖਿਆ ਸਮਾਨ ਹੈ ਨਾ, ਤੁਸੀਂ ਲਿਟਰਲੀ AI ਨੂੰ ਟ੍ਰੇਨ ਕਰ ਸਕਦੇ ਹੋ ਉਹਨਾਂ ਦੇ ਕਾਪੀ ਰਾਈਟਰ ਦੇ ਹਿਸਾਬ ਨਾਲ, ਕਿ ਵੀ ਉਹਨੂੰ ਕੰਟੈਂਟ ਪਾਇਆ ਕਿ ਵੀ ਫਲਾਣੇ ਬੰਦੇ ਦੀ ਚੀਜ਼ਾਂ ਬਹੁਤ ਵਧੀਆ, ਉਹਨੂੰ ਸਾਰਾ ਫੀਡ ਕਰਤਾ ਉਹਨੂੰ ਕਿ ਆਹ ਉਹਦੀ ਵੈਬਸਾਈਟ ਹੈ, ਆਹ ਉਹਦੀ ਐਡਾਂ ਹੈਗੀਆਂ, ਆਹ ਸਾਰਾ ਟ੍ਰੇਨ ਕਰ ਲਾ ਆਪਦੇ ਆਪ ਨੂੰ ਇਹਦੇ ਹਿਸਾਬ ਨਾਲ। ਫਿਰ ਤੁਸੀਂ ਉਹੀ ਚੀਜ਼ਾਂ ਆਪਦੇ ਲਈ ਯੂਜ਼ ਕਰ ਸਕਦੇ ਹੈਗੇ ਹੋ, ਹੈ ਨਾ। ਹੁਣ ਜਿਵੇਂ ਅਸੀਂ ਆਪ ਵੀ ਇੱਕ ਵੈਬਸਾਈਟ ਲਈ ਜਿਵੇਂ ਐਲੈਕਸ ਹਰਮੋਜ਼ੀ ਦਾ ਸਮਾਨ ਯੂਜ਼ ਕੀਤਾ ਹੈ ਨਾ, ਕਿ ਵੀ ਉਹਨੂੰ ਬੁੱਕ ਫੀਡ ਕਰਤੀ ਫੋਰ ਐਗਜ਼ਾਮਪਲ GPT ਨੂੰ, ਕਿ ਵੀ ਤੂੰ ਇਹਦੇ ਹਿਸਾਬ ਨਾਲ ਸਾਰਾ ਕੁਛ ਲਿਖਣਾ ਹੈ ਜੋ ਵੀ ਤੂੰ ਲਿਖਣਾ ਹੈਗਾ। ਤਾਂ ਉਹਦੇ ਨਾਲ ਕੀ ਹੈ ਕਿ ਵੀ ਉਹ ਗੈਸਿੰਗ ਵਰਕ ਖਤਮ ਹੋ ਜਾਂਦਾ, ਕਿ ਬਾਰ ਬਾਰ ਮੈਨੂੰ ਬੁੱਕ 'ਚ ਜਾ ਕੇ ਦੇਖਣਾ ਪੈਣਾ ਮੈਂ ਕੀ ਲਿਖਿਆ ਸੀਗਾ, ਹੈ ਨਾ। ਅਤੇ ਬਾਰ ਬਾਰ ਮੈਨੂੰ ਫਿਗਰ ਆਊਟ ਨਹੀਂ ਕਰਨਾ ਪੈਣਾ, ਆਪ ਵਾਲਾ ਮੱਥਾ ਨਹੀਂ ਮਾਰਨਾ ਪੈਣਾ। ਨਾਲੇ ਬਸ ਤੁਸੀਂ ਕੀ ਹੈਗਾ, ਤੁਸੀਂ ਹੋਰ ਜ਼ਿਆਦਾ ਆਪ ਮਤਲਬ ਕਿ ਸੇਫ ਖੇਡਣ ਵਾਸਤੇ ਕਿ ਵੀ ਸਾਰਾ ਕੁਛ ਕਵਰ ਹੋ ਰਿਹਾ, ਤੁਸੀਂ ਇੱਕ ਵਾਰੀ ਉਹ ਗੱਲਾਂ ਸਮਝ ਲਓ ਨਾ, ਖਾਸ ਕਰ ਕਿ ਵੀ ਕਾਪੀ ਰਾਈਟਿੰਗ ਚੰਗਾ ਤੁਹਾਨੂੰ ਪਹਿਲਾਂ ਤੁਸੀਂ ਉਹ ਸਕਿੱਲ ਹੋਵੇ, ਤੁਸੀਂ ਖੁਦ ਕਾਪੀ ਰਾਈਟਿੰਗ ਕਰ ਸਕੋ, ਪਰ ਤੁਸੀਂ ਇੱਕ ਫਰੇਮਵਰਕ ਸਮਝ ਲਓ ਕਿ ਕਿਆ ਫਰੇਮਵਰਕ ਮਤਲਬ ਇੱਕ ਚੀਜ਼ਾਂ ਸਿੱਖ ਲਓ ਕਿ ਵੀ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਇੱਕ ਲਾਈਨ ਦੇ ਅੰਦਰ ਜਾਂ ਇੱਕ ਕਾਪੀ ਦੇ ਅੰਦਰ, ਜੋ ਕਿ ਮਤਲਬ ਕਿ ਇੱਕ ਬਹੁਤ ਚੰਗਾ ਪਰਫਾਰਮਿੰਗ ਐਡ ਬਣਾਉਂਦੀਆਂ ਹੈਗੀਆਂ। ਉਹ ਚੀਜ਼ਾਂ ਤੁਸੀਂ ਸਮਝ ਲਓ ਕਿ ਕੀ ਚੀਜ਼ਾਂ ਹੈਗੀਆਂ, ਫਿਰ ਉਹਨੂੰ AI ਨੂੰ ਕਹਿ ਦਿਓ ਕਿ ਆਹ ਚੀਜ਼ਾਂ ਮੈਨੂੰ ਚਾਹੀਦੀਆਂ, ਹੈ ਨਾ। ਅਤੇ ਉਹਦੇ ਨਾਲ ਹੀ ਬਹੁਤ ਹੈਲਪ, ਜਿਹੜੀ ਕਾਪੀ ਉਹ ਦਊਗਾ ਨਾ ਉਹਨੂੰ ਵਾਪਸ ਕਹਿ ਦਿਓ ਕਿ ਕੀ ਆਹ ਚੀਜ਼ਾਂ 'ਚ ਇੰਕਲੂਡਡ ਹੈਗੀਆਂ, ਅਗਰ ਹੈ ਨਹੀਂ ਗੇ ਤਾਂ ਕਰਕੇ ਦੇ, ਉਹਦੇ ਨਾਲ ਬਹੁਤ ਫਰਕ ਪੈ ਜਾਊਗਾ। ਕਿ ਉਹ ਤਾਂ ਜਿਵੇਂ ਗੁਰਜੋਤ ਨੇ ਕਿਹਾ ਕਿ ਬਈ ਅਗਰ ਤੁਸੀਂ ਉਹਨੂੰ ਬਹੁਤ ਜ਼ਿਆਦਾ ਫੀਡ ਕਰ ਰੱਖਿਆ, ਉਹਨੂੰ ਆਲਰੇਡੀ ਰਿਸੋਰਸਿਸ ਪਹਿਲਾਂ ਦੀ ਕੰਪੀਟੀਸ਼ਨ ਦੀ ਐਡਸ, ਹੈ ਨਾ, ਹੋਰ ਕਿਸੇ ਬੰਦੇ ਦੀ ਬਹੁਤ ਚੰਗੀ ਕਾਪੀ ਰਾਈਟਿੰਗ, ਜਾਂ ਫਿਰ ਉਹ ਕਿਵੇਂ ਕਰਨੀ ਕਾਪੀ ਰਾਈਟਿੰਗ, ਕੋਈ ਕਿਤਾਬ, ਕੋਈ SOP, ਇਹਦੇ ਕੁਛ ਆਲਰੇਡੀ ਫੀਡ ਕੀਤਾ ਹੋਇਆ, ਤਾਂ ਸਭ ਤੋਂ ਚੰਗੇ ਤੁਹਾਨੂੰ ਰਿਜ਼ਲਟਸ ਮਿਲਦੇ ਆ। ਬਿਲਕੁਲ। ਚਲੋ ਹੁਣ ਆਪਾਂ ਕੰਟੈਂਟ ਦੀ ਗੱਲ ਕਰ ਲਈ, ਅਤੇ ਇਹ ਤੋਂ ਬਾਅਦ ਆ ਜਾਂਦਾ ਜਿਹੜਾ ਸਭ ਤੋਂ ਜ਼ਰੂਰੀ ਚੀਜ਼ ਹੈ ਕਿਸੇ ਵੀ ਬਿਜ਼ਨਸ ਲਈ, ਉਹ ਹੈਗਾ ਐਨਾਲਿਟਿਕਸ, ਹੈ ਨਾ। ਕੋਈ ਵੀ ਬਿਜ਼ਨਸ ਬਿਨਾਂ ਡੇਟਾ ਤੋਂ ਅੰਨਾ ਹੈ, ਸਮਝ ਲਓ। ਕਿ ਜੇ ਤੁਹਾਨੂੰ ਹੁਣ ਡੇਟਾ ਦਾ ਮਤਲਬ ਕੀ ਹੈ ਕਿ ਵੀ ਹੁਣ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਹੈ ਕਿ ਵੀ ਜੇ ਤੁਹਾਡਾ ਸਮਝ ਲਓ ਫੋਰ ਐਗਜ਼ਾਮਪਲ ਈ ਕਾਮਰਸ ਵੈਬਸਾਈਟ ਹੈ,
ਹੈ ਨਾ। ਤੁਸੀਂ ਇੱਕ ਟੂਲ ਹੈਗਾ ਗੂਗਲ ਐਨਾਲਿਟਿਕਸ, ਤੁਸੀਂ ਉਹ ਟੂਲ ਯੂਜ਼ ਕਰ ਸਕਦੇ ਹੋ। ਉਹਦੇ ਨਾਲ ਕੀ ਹੈ ਕਿ ਵੀ ਤੁਹਾਡੀ ਕਸਟਮਰ ਜਰਨੀ ਸਮਝਾਉਂਦਾ ਉਹ ਕਿ ਵੀ ਕਿਹੜਾ ਬੰਦਾ ਕਦੋਂ ਆਇਆ ਤੁਹਾਡੀ ਵੈਬਸਾਈਟ 'ਤੇ, ਕਿੱਥੋਂ ਆਇਆ ਵੈਬਸਾਈਟ 'ਤੇ, ਕਿੱਥੇ ਉਹਨੇ ਬਾਏ ਕੀਤਾ ਹੈ ਨਾ, ਕੀ ਸਮਾਨ ਬਾਏ ਕੀਤਾ, ਉਹਨੇ ਖਰੀਦਿਆ ਵੀ ਸੀ ਕਿ ਨਹੀਂ ਖਰੀਦਿਆ ਹੈ ਨਾ, ਚੈੱਕਆਊਟ 'ਚ ਜਾ ਕੇ ਛੱਡਤਾ ਜਾਂ ਫਿਰ ਚੈੱਕਆਊਟ ਕੀਤਾ ਵੀ ਜਾਂ ਨਹੀਂ ਕੀਤਾ ਹੈ ਨਾ। ਸੋ ਸਾਰਾ ਕੁਛ ਕੀ ਹੈ ਕਿ ਵੀ ਇਹਦੇ ਨਾਲ ਤੁਸੀਂ ਫਿਗਰ ਆਊਟ ਕਰ ਸਕਦੇ ਹੋ ਕਿ ਵੀ ਉਹ ਮੇਰੇ ਬਿਜ਼ਨਸ ਦੇ ਵਿੱਚ ਕਿਸ ਐਸਪੈਕਟ ਦੇ ਵਿੱਚ ਕਮੀ ਰਹਿ ਰਹੀ ਹੈ ਹੈ ਨਾ। ਉਹੀ ਡੇਟਾ ਨੂੰ ਤੁਸੀਂ ਆਪਦੇ AI 'ਚ ਵੀ ਫੀਡ ਕਰ ਸਕਦੇ ਹੋ ਕਿ ਵੀ ਹਾਂ ਵੀ ਆਹ ਚੱਕਰ ਪੈ ਰਿਹਾ ਹੈਗਾ ਅਤੇ ਹੁਣ ਮੈਂ ਕੀ ਕਰਾਂ ਇਹਦਾ ਹੈ ਨਾ। ਮੈਂ ਇਹਨੂੰ ਹੋਰ ਕਿਵੇਂ ਰਿਸੋਰਸਫੁਲ ਬਣਾਵਾਂ, ਜਾਂ ਫਿਰ ਮੈਂ ਇਹਨੂੰ ਜੇ ਬੰਦੇ ਕਾਰਟ 'ਚ ਪਾ ਰਿਹਾ ਪਰ ਚੈੱਕਆਊਟ ਨਹੀਂ ਕਰ ਰਿਹਾ, ਮੈਂ ਇਹਨੂੰ ਕੀ ਕਰ ਸਕਦਾ। ਉਹਨੂੰ ਸਾਰਾ ਕੁਛ ਫੀਡ ਕਰੋਗੇ ਵੀ ਆਪਦਾ ਚੈੱਕਆਊਟ ਪੇਜ ਫੀਡ ਕਰੋਗੇ, ਤੁਸੀਂ ਇਹਨੂੰ ਆਪਦਾ ਸਾਰਾ ਫਨਲ ਫੀਡ ਕਰੋਗੇ। ਸੋ ਐਨਾਲਿਟਿਕਸ ਜਿਵੇਂ ਗੁਰਜੋਤ ਕਹਿ ਰਿਹਾ ਉਹ ਐਂ ਵੀ ਕਿ ਇੱਥੋਂ ਲੈ ਕੇ ਕਿ ਬਈ ਕਿੰਨੇ ਲੋਕ ਮੇਰੇ ਪੇਜ 'ਤੇ ਆਏ ਅਤੇ ਕਿੰਨੇ ਗਏ ਹੈ ਨਾ, ਆਹ ਵੀ ਡੇਟਾ ਦੇ ਵਿੱਚ ਹੀ ਆ ਜਾਂਦਾ। ਅਤੇ ਆਹ ਵੀ ਡੇਟਾ ਦੇ ਵਿੱਚ ਹੀ ਆ ਜਾਂਦਾ ਕਿ ਬਈ ਮੇਰੇ ਇੱਕ ਐਵਰੇਜ ਕਸਟਮਰ ਮੇਰੇ ਨਾਲ ਕਿੰਨੇ ਮਹੀਨੇ ਰਹਿੰਦਾ ਹੈਗਾ, ਜਾਂ ਫਿਰ ਮੇਰੇ ਤੋਂ ਕਿੰਨੀ ਵਾਰ ਕੰਮ ਕਰਾਉਂਦਾ ਹੈਗਾ, ਜਾਂ ਮੈਨੂੰ ਕਿੰਨੇ ਦਾ ਬਿਜ਼ਨਸ ਦਿੰਦਾ। ਆਹ ਸਾਰਾ ਦਾ ਸਾਰਾ ਐਨਾਲਿਟਿਕਸ ਵਿੱਚ ਹੀ ਆਉਂਦਾ ਹੈਗਾ ਹੈ ਨਾ। ਸੋ ਆਹ ਸਾਰਾ ਦੇ ਸਾਰੇ ਨਾਲ ਤੁਸੀਂ AI ਯੂਜ਼ ਕਰ ਸਕਦੇ ਹੋ। ਜਿਹੜੇ ਕਈ ਤਾਂ ਬਾਹਰ ਹੀ ਕੰਪਲੀਕੇਟਡ ਚੀਜ਼ਾਂ ਸੀ ਜੋ ਮੈਨੂੰ ਲੱਗਦਾ ਬਈ ਇੰਪੋਸੀਬਲ ਹੈ। ਤੁਸੀਂ ਸਰਵਿਸ ਬਿਜ਼ਨਸ ਆ ਕਿੰਨੀ ਭਕਾਈ ਕਰਨੀ ਪੈਣੀ ਆ ਫਿਗਰ ਆਊਟ ਕਰਨਾ ਸੀ ਵੀ ਲਾਈਫ ਟਾਈਮ ਇੱਕ ਵੈਲਿਊ ਕੀ ਹੈ ਕਸਟਮਰ ਦੀ ਹੈ ਨਾ। ਉਹ ਸਾਰਾ ਕੁਛ ਉਹ ਬਹੁਤ ਸੌਖਾ ਹੋ ਗਿਆ। ਹਾਂ ਬਿਲਕੁਲ ਬਿਲਕੁਲ। ਸੋ ਇਹੋ ਜਿਹੀ ਚੀਜ਼ਾਂ ਜਿਵੇਂ ਸਰਵਿਸ ਬੇਸਡ ਬਿਜ਼ਨਸ ਆ ਨਾ, ਉਹ ਸ਼ਾਇਦ ਤੁਹਾਡਾ ਚੈੱਕਆਊਟ ਪੇਜ ਨਾ ਵੀ ਹੋਵੇ ਵੈਬਸਾਈਟ ਦੇ ਉੱਤੇ। ਸੋ ਉਹਦੇ ਲਈ ਤੁਸੀਂ AI ਨੂੰ ਯੂਜ਼ ਕਰ ਸਕਦੇ ਹੈਗੇ ਫਿਗਰ ਆਊਟ ਕਰਨ ਲਈ। ਅਤੇ ਹਾਂ ਸੋ ਮਤਲਬ ਆਹ ਤਾਂ ਇਹੋ ਜਿਹਾ ਟੂਲ ਹੈ ਕਿ ਵੀ ਛੋਟੇ ਤੋਂ ਛੋਟਾ ਬਿਜ਼ਨਸ ਵੀ ਯੂਜ਼ ਕਰ ਸਕਦਾ ਇਹਨੂੰ ਹੈ ਨਾ। ਕਿ ਤੁਸੀਂ ਹਰ ਚੀਜ਼ ਲਈ ਐਨਾਲਿਟਿਕਸ ਬਿਯੋਂਡ ਵੀ ਜਾਂਦੇ ਆ, ਇਕੱਲੇ ਆਪਦੇ ਬਿਜ਼ਨਸ ਦੇ ਐਨਾਲਿਟਿਕਸ ਵੀ ਨਹੀਂ, ਤੁਸੀਂ ਬਿਯੋਂਡ ਵੀ ਜਾ ਸਕਦੇ ਹੋ ਕਿ ਵੀ ਹਾਂ ਵੀ ਲੋਕਾਂ ਦੇ ਐਨਾਲਿਟਿਕਸ ਵੀ ਸਮਝ ਸਕਦੇ ਹੋ ਕਿ ਵੀ ਉਹਨਾਂ ਲਈ ਕਿਵੇਂ ਕੰਮ ਕਰ ਰਿਹਾ ਹੈਗਾ ਚੀਜ਼ਾਂ ਹੈ ਨਾ। ਅਤੇ ਉਹਨਾਂ ਦੇ ਐਨਾਲਿਟਿਕਸ ਕੀ ਹੈਗੇ ਆ, ਉਹ ਕਿੱਥੋਂ ਬੰਦੇ ਲਿਆ ਰਹੇ ਆ ਫੋਰ ਗੋਇੰਗ ਐਂਡ ਫੋਰਥ। ਹਾਂ ਸੋ ਹਰ ਬਿਜ਼ਨਸ ਨੂੰ ਮੇਰੇ ਹਿਸਾਬ ਨਾਲ AI ਫਸਟ ਦੇਖਣਾ ਪੈਣਾ। ਅਤੇ ਮਤਲਬ ਆਪਦੇ ਜਿੰਨਾ AI ਇੰਟੀਗ੍ਰੇਟ ਕਰੋਗੇ ਉਨਾ ਹੀ ਤੁਹਾਡੇ ਵਾਸਤੇ ਜ਼ਿਆਦਾ ਫਾਇਦਾ ਹੈ। ਮਤਲਬ ਇਹ ਤੋਂ ਭੱਜੋ ਨਾ, ਇਹਨੂੰ ਵੱਧ ਤੋਂ ਵੱਧ ਯੂਜ਼ ਕਰੋ। ਚਲੋ ਹੁਣ ਤੁਸੀਂ ਸਾਰਾ ਆਪਦਾ ਬਿਜ਼ਨਸ ਵੀ ਬਣਾ ਲਿਆ, ਕੰਟੈਂਟ ਵੀ ਬਣਾਉਣ ਲੱਗ ਗਏ, ਤੁਹਾਨੂੰ ਐਨਾਲਿਟਿਕਸ ਵੀ ਆਉਣ ਲੱਗ ਗਏ, ਤੁਹਾਡੇ ਲੋਕ ਖਰੀਦ ਰਹੇ ਆ ਸਮਾਨ ਇਹ ਹੈ ਉਹ। ਹੁਣ ਜਦੋਂ ਤੁਹਾਡਾ ਬਿਜ਼ਨਸ ਗਰੋ ਹੋਣ ਲੱਗ ਜੂਗਾ ਨਾ, ਤੁਹਾਨੂੰ ਹਮੇਸ਼ਾ ਡਾਊਟਸ ਹਿੱਟ ਕਰਨਗੇ ਕਿ ਵੀ ਮੈਂ ਕਿਵੇਂ ਕਰਾਂ, ਹੁਣ ਮੈਂ ਇਹ ਤੋਂ ਅੱਗੇ ਕਿਵੇਂ ਵਧਾਵਾਂ, ਜਾਂ ਫਿਰ ਮਤਲਬ ਮੈਂ ਜੋ ਕਰ ਰਿਹਾ ਸਹੀ ਹੈ ਕਿ ਨਹੀਂ ਕਰ ਰਿਹਾ। ਸੋ ਇਹਨੂੰ ਤੁਸੀਂ ਐਜ਼ ਅ ਮੈਂਟਰ ਵੀ ਯੂਜ਼ ਕਰ ਸਕਦੇ ਹੋ। ਹੁਣ ਜਿਵੇਂ ਮੈਂ ਪਹਿਲਾਂ ਸ਼ੁਰੂ 'ਚ ਕਿਹਾ ਸੀ ਵੀ AI ਕੋਲ ਜਿੰਨੀ ਨੌਲੇਜ ਹੈ ਨਾ, ਕਿਸੇ ਵੀ ਕੰਸਲਟਿੰਗ ਕੰਪਨੀ ਮਤਲਬ ਲਿਟਰਲੀ ਦੁਨੀਆ 'ਚ ਆਪਣੇ ਇਹੋ ਜਿਹੀ ਕੰਪਨੀਆਂ ਹੈਗੀਆਂ ਜਿਹੜੀ ਸਿਰਫ ਕੰਸਲਟਿੰਗ ਕਰਦੀਆਂ ਲੋਕਾਂ ਲਈ। ਮਤਲਬ ਤੁਹਾਨੂੰ ਇੱਕ ਬਹੁਤ ਫੇਮਸ ਸਟੋਰੀ ਹੈਗੀ ਹੈ ਕਿ ਜਿਵੇਂ ਪੈਪਸੀ ਲਈ ਇੱਕ ਲੋਗੋ ਵਾਲਿਆਂ ਨੇ ਬਣਾਇਆ ਸੀ, ਪੈਪਸੀ ਦਾ ਲੋਗੋ ਰੀਡਿਜ਼ਾਈਨ ਹੋਇਆ ਸੀ ਜਦੋਂ ਉਹਨਾਂ ਨੇ $1 ਮਿਲੀਅਨ ਚਾਰਜ ਕੀਤਾ ਸੀ ਲੋਗੋ ਕੰਪਨੀ ਨੇ। ਅੱਛਾ ਹੈ ਨਾ। ਅਤੇ ਉਹਨਾਂ ਨੇ ਕੁਛ ਥੋੜ੍ਹਾ ਦਿੱਤਾ ਸੀ ਕੰਸਲਟਿੰਗ ਦੇ ਹਿਸਾਬ ਨਾਲ ਕਿ ਵੀ ਹਾਂ ਵੀ ਆਰਕ ਬਣਦਾ $1 ਮਿਲੀਅਨ ਲੋਗੋ ਲਈ ਬਹੁਤ ਜ਼ਿਆਦਾ ਉਹ ਹੈਗਾ। ਅਤੇ ਇਹੋ ਜਿਹੀ ਕਈ ਹੋਰ ਐਗਜ਼ਾਮਪਲਸ ਵੀ ਹੈਗੇ ਕੰਸਲਟਿੰਗ ਕੰਪਨੀਜ਼ ਪਰ ਕਿੰਨੇ ਲੱਖਾਂ ਡਾਲਰ ਲੈ ਜਾਂਦੀ ਹੈ ਇੰਨੇ ਗੱਲ ਦੱਸਣ ਲਈ ਕਿ ਬਈ ਤੁਸੀਂ ਚੈੱਕਆਊਟ ਵਾਲਾ ਪੇਜ ਆਪਦਾ ਪਿੱਛੇ ਕਰੋ ਜਾਂ ਫਿਰ ਤੁਸੀਂ ਆਪਦਾ ਫਨਲ ਛੋਟਾ ਕਰੋ, ਇਹੋ ਜਿਹੀ ਚੀਜ਼ਾਂ ਲਈ। ਸੋ ਆਹ ਬਹੁਤ ਵੱਡਾ ਬਿਜ਼ਨਸ ਮਾਡਲ ਹੈਗਾ। ਕੰਸਲਟਿੰਗ ਕੰਪਨੀਜ਼ ਐਗਜ਼ਿਸਟ ਕਰਦੀਆਂ ਜਿਹੜੇ ਇੰਨੇ ਪੈਸੇ ਲੈਂਦੀਆਂ ਕਿ ਵੀ ਆਹ ਫਿਗਰ ਆਊਟ ਕਰ ਲਈ। ਹੁਣ ਕੀ ਹੈ ਕਿ ਵੀ AI ਦੇ ਨਾਲ ਕੰਮ ਬਹੁਤ ਜ਼ਿਆਦਾ ਸੌਖਾ ਹੋ ਗਿਆ। ਹੁਣ ਦੇਖੋ ਉਹਨਾਂ ਦੇ ਵੀ ਜੋਬਸ ਨੂੰ ਖਤਰਾ ਹੈ ਕੁਛ ਹੱਦ ਤੱਕ ਹੈ ਨਾ। ਹੁਣ ਕੀ ਹੈ ਕਿ ਵੀ ਹਰ ਛੋਟੇ ਤੋਂ ਛੋਟਾ ਬਿਜ਼ਨਸ ਵੀ ਕੰਸਲਟਿੰਗ ਕੰਪਨੀ ਜਿੰਨਾ ਸਮਾਨ ਜਾਂ ਫਿਰ ਫੀਡਬੈਕ ਲੈ ਸਕਦਾ AI ਦੇ ਥਰੂ। ਸੋ ਉਹਨੂੰ ਤੁਸੀਂ ਐਜ਼ ਅ ਮੈਂਟਰ ਯੂਜ਼ ਕਰੋ, ਉਹਨੂੰ ਆਪਦੇ ਕੁਐਸਚਨਸ ਪੁੱਛੋ, ਉਹਨੂੰ ਆਪਦੇ ਡਾਊਟਸ ਦੱਸੋ ਕਿ ਵੀ ਮੇਰੇ ਕੀ ਹੋ ਰਿਹਾ ਹੈਗਾ। ਉਹਨੂੰ ਇਹਨੂੰ ਹੈਲਪ ਕਰਨ ਦਿਓ ਕਿਉਂਕਿ ਜਿੰਨਾ ਡੇਟਾ ਉਹਦੇ ਕੋਲ ਹੈ ਨਾ ਕਿਸੇ ਕੋਲ ਵੀ ਨਹੀਂ ਹੈਗਾ। ਜੇ ਕੋਈ ਔਰ ਸਾਹਮਣੇ ਕੋਈ ਬਿਲੀਅਨਰ ਵੀ ਹੈਗਾ ਨਾ, ਉਹਦੇ ਕੋਲ ਵੀ ਨਹੀਂ ਇੰਨਾ ਡੇਟਾ ਜਿੰਨਾ AI ਕੋਲ ਹੈਗਾ। ਹੁਣ ਬਿਲੀਅਨਰ ਦਾ ਹਿਸਾਬ ਹੁਣ ਆਬਵੀਅਸ ਹੀ ਗੱਲ ਹੈ, ਤੁਸੀਂ ਐਕਸਪੈਕਟ ਕਰੋਗੇ ਬਿਲੀਅਨਰ ਬਹੁਤ ਕੁਛ ਪਤਾ, ਪਰ ਉਹਨੂੰ ਵੀ ਨਹੀਂ ਪਤਾ ਜਿੰਨਾ AI ਨੂੰ ਪਤਾ ਹੈਗਾ ਹੈ ਨਾ। ਤੁਸੀਂ ਆਪਦੇ ਆਪ ਨੂੰ ਲਿਟਰਲੀ ਆਪਦੀ AI ਨੂੰ ਇਸ ਹਿਸਾਬ ਨਾਲ ਟ੍ਰੇਨ ਕਰ ਸਕਦੇ ਹੋ ਕਿ ਮੇਰਾ ਮਾਈਂਡ ਸੈਟ ਸਹੀ ਰੱਖ, ਮੈਨੂੰ ਮੋਟੀਵੇਸ਼ਨ ਦੇ ਹੈ ਨਾ, ਮੈਨੂੰ ਡਿਸੀਜਨ ਮੇਕਿੰਗ ਸਕਿੱਲਸ ਵਿੱਚ ਹੈਲਪ ਕਰ। ਆਹ ਸਾਰਾ ਕੁਛ ਆਫਿਸ ਤੁਹਾਨੂੰ ਟ੍ਰੇਨ ਕਰਨਾ ਪੈਣਾ ਕਿ ਵੀ ਹਾਂ ਵੀ ਆਹ ਚੀਜ਼ਾਂ ਕਰ ਮੇਰੇ ਵਾਸਤੇ ਇਹ ਵੋ। ਪਰ ਹਾਂ ਅਤੇ ਪੁਆਇੰਟ ਕੀ ਹੈ ਕਿ ਵੀ ਇਹਨੂੰ ਆਪਦੇ ਬੈਨੀਫਿਟ ਲਈ ਯੂਜ਼ ਕਰੋ। ਮਲਟੀਪਲ AI ਟੂਲਸ ਯੂਜ਼ ਕਰੋ, ਫਿਰ ਤੁਸੀਂ ਉਹਨਾਂ ਨਾਲ ਆਨਸਰਸ ਕੰਪੇਅਰ ਕਰ ਸਕਦੇ ਹੋ। ਹੁਣ ਇਕੱਲਾ ChatGPT ਨਹੀਂ ਐਗਜ਼ਿਸਟ ਕਰਦਾ, ਲੋਕਾਂ ਨੂੰ ਪਤਾ ਹੀ ਨਹੀਂ ਆਹ ChatGPT ਤੋਂ ਬਿਯੋਂਡ ਪਤਾ ਨਹੀਂ ਕਿੰਨੇ ਟੂਲ ਬੈਠੇ। ਤੁਸੀਂ ChatGPT ਨਹੀਂ ਪੁੱਛ ਲਓ ਕਿਹੜੇ AI ਟੂਲ ਹੈ, ਉਹ ਵੀ ਤੁਹਾਨੂੰ ਜਵਾਬ ਦੇ ਦੇਊਗਾ ਹੈ ਨਾ। ਅਤੇ ਉਹਨਾਂ ਨੂੰ ਪੁੱਛੋ, ਸਾਰਾ ਕੁਛ ਕੰਪੇਅਰ ਕਰਕੇ ਦੇਖੋ ਵੀ ਹਾਂ ਬਈ ਇਹਦੇ ਆਨਸਰ ਮੈਨੂੰ ਵਧੀਆ ਲੱਗਦੇ ਆ, ਅਤੇ ਫਿਰ ਉਸ AI ਦੇ ਟੂਲ ਦੇ ਨਾਲ ਤੁਸੀਂ ਕੰਟੀਨਿਊ ਕਰੋ ਆਪਦਾ ਕੰਮ। ਫਿਰ ਗੱਲ ਆ ਜਾਂਦੀ ਹੈ, ਚਲੋ ਤੁਸੀਂ ਮੈਂਟਰਸ਼ਿਪ ਵੀ ਹੋ ਗਈ ਤੁਹਾਡੀ, ਹੁਣ ਤੁਹਾਨੂੰ ਫਿਗਰ ਆਊਟ ਕਰਨ ਲੱਗ ਗਿਆ। ਫਿਰ ਆਉਂਦੀ ਇਨੋਵੇਸ਼ਨ ਦੀ ਗੱਲ। ਹੁਣ ਕੀ ਹੈ ਕਿ ਵੀ ਕੋਈ ਵੀ ਬਿਜ਼ਨਸ ਹੈ ਨਾ, ਉਹਨੂੰ ਤੁਸੀਂ
ਚਲਾਈ ਜਾਊਂਗੇ ਤੇ ਫਿਰ ਉਹ ਤੋਂ ਬਾਅਦ ਸਟੈਗਨੈਂਟ ਹੋ ਸਕਦਾ ਹੁੰਦਾ ਹੈ ਨਾ। ਆਹ ਬਹੁਤ ਆਮ ਗੱਲ ਹੈ ਕਿ ਵੀ ਸਾਨੂੰ ਤੁਸੀਂ ਪਹਿਲੇ ਮਹੀਨੇ 10,000 ਕਮਾਏ, ਦੂਜੇ ਮਹੀਨੇ 20,000 ਕਮਾਏ, ਤੀਜੇ ਮਹੀਨੇ 30,000 ਕਮਾਇਆ, ਫਿਰ ਉਹ ਤੋਂ ਬਾਅਦ ਹੋ ਸਕਦਾ ਵੀ 30,000 'ਤੇ ਟਿਕਿਆ ਰਹੇ 1 ਸਾਲ ਲਈ, ਹੈ ਨਾ, ਜੋ ਬਹੁਤ ਆਮ ਜੀ ਗੱਲ ਹੈ। ਫਿਰ ਉਹਨੂੰ ਆਪਾਂ 30 ਤੋਂ ਆਪਾਂ 60 ਕਿਵੇਂ ਕਰਨਾ ਹੈ, ਉਹਦੇ ਲਈ ਚਾਹੀਦੀ ਇਨੋਵੇਸ਼ਨ। ਉਹ ਇਨੋਵੇਸ਼ਨ ਹੋ ਸਕਦੀ ਹੈ ਤੁਹਾਡੇ ਪ੍ਰੋਡਕਟ ਦੇ ਵਿੱਚ, ਉਹ ਇਨੋਵੇਸ਼ਨ ਹੋ ਸਕਦੀ ਹੈ ਤੁਹਾਡੇ ਸੇਲਸ ਦੇ ਵਿੱਚ, ਉਹ ਇਨੋਵੇਸ਼ਨ ਹੋ ਸਕਦੀ ਹੈ ਤੁਹਾਡੀ ਡਿਲੀਵਰੀ ਦੇ ਵਿੱਚ, ਹੈ ਨਾ, ਤੁਸੀਂ ਜਿਹੜੇ ਉਹਨੂੰ ਫੁਲਫਿਲਮੈਂਟ ਕਰ ਰਹੇ ਹੋ ਜਿਹਨੂੰ, ਹੈ ਨਾ, ਕੁਛ ਵੀ ਹੋ ਸਕਦੀ ਹੈ। ਉਹਦੇ ਵਿੱਚ ਵੀ ਤੁਸੀਂ ਇਹ ਯੂਜ਼ ਕਰ ਸਕਦੇ ਹੋ, ਰਾਈਟ, ਕਿ ਤੁਸੀਂ ਸਾਡੇ ਬਿਜ਼ਨਸ ਸਾਰਾ ਐਸਪੈਕਟ ਪਾ ਤਾ ਕਿ ਵੀ ਆਹ ਮੈਂ ਕਰਦਾ, ਆਹ ਮੈਂ ਕਰਦਾ, ਆਹ ਮੈਂ ਕਰਦਾ, ਆਹ ਮੈਂ ਕਰਦਾ, ਅਤੇ ਇਹਦੇ ਵਿੱਚ ਆਪਾਂ ਇਨੋਵੇਟ ਕਿਵੇਂ ਕਰੀਏ ਹੋਰ ਸਮਾਨ, ਇਹਨੂੰ ਬੈਟਰ ਕਿਵੇਂ ਬਣਾਈਏ, ਇਹਨੂੰ ਹੋਰ ਐਫੀਸ਼ੀਐਂਟ ਕਿਵੇਂ ਬਣਾਈਏ ਤਾਂ ਕਿ ਮੈਂ ਵੱਧ ਤੋਂ ਵੱਧ ਤੁਹਾਨੂੰ ਗੋਲ ਬਣਾਉਣੇ ਪੈਣੇ ਆ। ਤੁਸੀਂ ਉਹਨੂੰ ਲਿਟਰਲੀ ਕਹਿ ਸਕਦੇ ਹੋ ਮੈਂ 30,000 ਕਮਾਉਣਾ, ਮੈਂ 60,000 ਤੋਂ ਲੈ ਕੇ ਆਉਣਾ, ਤਾਂ ਹੁਣ ਮੈਨੂੰ ਪਲਾਨ ਬਣਾ ਕੇ ਦੇ, ਆਹ ਚੀਜ਼ਾਂ ਮੇਰੇ ਬਿਜ਼ਨਸ ਦਾ ਐਸਪੈਕਟ ਹੈਗੀ ਆ ਵੀ ਇਹਨੂੰ ਮੈਂ ਕਿਵੇਂ ਕਰਾਂ। ਉਹ ਤੁਹਾਨੂੰ ਲਿਟਰਲੀ ਇਹ ਤੁਹਾਨੂੰ ਆਈਡੀਆਜ਼ ਦੇਊਗਾ ਕਿ ਵੀ ਕੀ ਕਰ ਤੂੰ, ਬਈ ਤੂੰ ਟਿਕਟੋਕ ਸ਼ਾਪ ਖੋਲ੍ਹ ਆਪਦੇ ਅਸੀਂ, ਇੱਕ ਨਵਾਂ ਸੋਰਸ ਆਫ ਇਨਕਮ ਬਣਾ, ਹੈ ਨਾ, ਤੂੰ ਆਪਦੇ ਵੈਬਸਾਈਟ ਨੂੰ ਰਿਪਲੇਸ ਕਰਕੇ ਇਹਨੂੰ ਨਵੇਂ ਰੀਫਰੈਸ਼ ਕਰਕੇ ਦੇਖ ਲਾ, ਹੈ ਨਾ, ਇਹਨੂੰ ਥੋੜ੍ਹਾ ਹੋਰ ਪ੍ਰੀਮੀਅਮ ਬਣਾ ਕੇ ਦਿਖਾ ਤਾਂ ਕਿ ਤੂੰ ਆਪਦਾ ਪ੍ਰੋਡਕਟ ਦਾ ਪ੍ਰਾਈਸ ਵਧਾ ਸਕੀਏ, ਹੈ ਨਾ, ਇਹਨੂੰ ਥੋੜ੍ਹਾ ਡਿਫਰੈਂਟ ਪੋਜੀਸ਼ਨ ਕਰਕੇ ਦੇ, ਇਹੋ ਜਿਹੇ ਆਈਡੀਆਜ਼ ਉਹ ਆਪ ਦੇਊਗਾ। ਇਹਨੂੰ ਮਤਲਬ ਲਿਟਰਲੀ ਜੇ ਤੁਸੀਂ ਆਪਦਾ ਹੀ ਇਨੋਵੇਟ ਨਹੀਂ ਨਾ ਕਰੋਗੇ ਵੈਸੇ ਵੀ ਪ੍ਰੋਡਕਟ ਤੋਂ ਤੁਸੀਂ ਸਟੈਟਿਕ ਰਹਿ ਜਾਓਗੇ ਸਾਰੀ ਉਮਰ। ਤੁਸੀਂ ਲਿਟਰਲੀ ਇੱਕ ਪੁਆਇੰਟ ਤੋਂ ਬਾਅਦ ਤੁਸੀਂ ਖਤਮ ਹੋ ਜਾਓਗੇ ਕਿ ਕੰਪੀਟੀਸ਼ਨ ਇੰਨਾ ਜ਼ਿਆਦਾ ਵੱਧ ਰਿਹਾ। ਇਹ ਅਗੇਨ ਇਹਦੇ ਫਾਇਦੇ ਵੀ ਨੁਕਸਾਨ ਵੀ, ਇਹ ਕਰਕੇ ਬਹੁਤ ਜ਼ਿਆਦਾ ਐਂਟਰਪ੍ਰੈਨਿਓਰਸ ਆ ਰਹੇ ਆ ਇਸ ਇੰਡਸਟਰੀ ਵਿੱਚ, ਅਤੇ ਉਹੀ ਲੋਕ ਰਹਿਣਗੇ ਜਿਹੜੇ ਇਨੋਵੇਟ ਕਰਦੇ ਰਹਿਣਗੇ, ਆਪਦੇ ਆਪ ਨੂੰ ਇਵੋਲਵ ਕਰਦੇ ਰਹਿਣਗੇ। ਸੋ ਮੁੱਖ ਦੀ ਗੱਲ ਆ ਹੈ ਕਿ ਬਈ ਤੁਸੀਂ AI ਨੂੰ ਆਪਦੇ ਫਾਇਦੇ ਲਈ ਯੂਜ਼ ਕਰੋ, ਆਪਦੇ ਫਾਇਦੇ ਲਈ ਅਤੇ ਆਪਦੇ ਬਿਜ਼ਨਸ ਦੇ ਫਾਇਦੇ ਲਈ। ਤੁਸੀਂ ਉਹਨੂੰ ਐਕਸਟੈਂਡ ਕਰੋਗੇ, ਉਹਨੂੰ ਆਪਦੇ ਬਿਜ਼ਨਸ ਦੇ ਟਾਸਕ ਨੂੰ ਆਟੋਮੇਟ ਕਰੋ, ਉਹਨੂੰ ਆਪਟੀਮਾਈਜ਼ ਕਰੋ, ਉਹਨੂੰ ਹੋਰ ਸਿੰਪਲੀਫਾਈ ਕਰੋ, ਹੈ ਨਾ, ਆਪਦੀ ਹਰ ਇੱਕ ਚੀਜ਼ ਦੇਖੋ ਬਿਜ਼ਨਸ ਦੇ ਵਿੱਚ ਕੀ ਹੈ, ਅਤੇ ਦੇਖੋ ਉਹਨੂੰ AI ਕਿਹੜੀ ਚੀਜ਼ ਨੂੰ ਟੇਕ ਓਵਰ ਕਰ ਸਕਦਾ, ਹੈ ਨਾ। ਜੇ ਨਹੀਂ ਕਰ ਸਕਦਾ ਆਪਦੇ ਇੰਪਲੋਈਜ਼ ਲਈ ਯੂਜ਼ ਕਰੋ, ਆਪਦੇ ਲਈ ਯੂਜ਼ ਕਰੋ, ਇੱਕ ਹਾਈਬ੍ਰਿਡ ਸਿਸਟਮ ਬਣਾਓ ਜਿਹਦੇ ਨਾਲ AI ਅਤੇ ਹਿਊਮਨ ਇਕੱਠੇ ਕੰਮ ਕਰ ਸਕੇ, ਅਤੇ ਉਹ ਕਿਤੇ ਜ਼ਿਆਦਾ ਛੇਤੀ ਹੋਊਗਾ। ਹਮੇਸ਼ਾ ਇਕੱਲੇ ਹਿਊਮਨ ਨਾਲੋਂ ਕਿਤੇ ਵੱਧ ਐਫੀਸ਼ੀਐਂਟ ਹੁੰਦਾ ਹੈਗਾ AI ਦੇ ਨਾਲ। ਇਹਦੇ ਨਾਲ ਕੀ ਹੈ, ਤੁਹਾਡਾ ਰੈਵਨਿਊ ਗਰੋ ਕਰੂਗਾ, ਤੁਹਾਡੇ ਕਾਸਟ ਲੋ ਰਹਿਣਗੇ, ਹੈ ਨਾ, ਤੁਹਾਡਾ ਪ੍ਰੋਫਿਟ ਮਲਟੀਪਲਾਈ ਹੋਣਗੇ, ਜਿਹਦੇ ਲਈ ਤੁਸੀਂ ਸਾਰਾ ਕੁਛ ਕਰ ਰਹੇ ਹੋ, ਜਿਹਦੇ ਲਈ ਤੁਸੀਂ ਸਾਰਾ ਐਡਾ ਬਿਜ਼ਨਸ ਵਾਲਾ ਡੰਗਾ ਸ਼ੁਰੂ ਕਰਨਾ ਚਾਹੁੰਦੇ ਹੋ, ਹੈ ਨਾ। ਇਹਨੂੰ ਐਜ਼ ਅ ਥ੍ਰੈਟ ਨਾ ਦੇਖੋ, ਉਹ ਇੱਕ ਮਲਟੀਪਲਾਇਰ ਹੈਗਾ, ਹੈ ਨਾ। ਤੁਸੀਂ ਇਹਨੂੰ ਆਪਦੀ ਵੈਲਿਊ 10 ਗੁਣਾ ਜ਼ਿਆਦਾ ਵਧਾ ਸਕਦੇ ਹੋ, ਤੁਸੀਂ 10 ਗੁਣਾ ਜ਼ਿਆਦਾ ਛੇਤੀ ਵੱਧ ਸਕਦੇ ਹੋ। ਅਤੇ ਜੇ ਸੱਚੀ ਦੱਸਾਂ ਬਈ ਅੱਜ ਦੇ ਟਾਈਮ ਵਿੱਚ ਇਹ ਨਾ ਇੰਨਾ ਜ਼ਿਆਦਾ ਸੌਖਾ ਹੋ ਗਿਆ ਬਿਜ਼ਨਸ ਸ਼ੁਰੂ ਕਰਨਾ ਜਾਂ ਫਿਰ ਇੱਕ ਐਂਟਰਪ੍ਰੈਨਿਓਰ ਬਣਾਉਣਾ, ਜੇ ਤੁਸੀਂ ਫਿਰ ਵੀ ਨਹੀਂ ਨਾ ਕਰ ਪਾ ਰਹੇ, ਨੰਬਰ 1 ਹੋ ਸਕਦਾ ਤੁਹਾਡੇ ਵਿੱਚ ਨੌਲੇਜ ਦੀ ਕਮੀ ਹੋਵੇ, ਹੈ ਨਾ, ਉਹ ਅਸੀਂ ਤੁਹਾਨੂੰ ਦੇਵਾਂਗੇ। ਪਰ ਜੇ ਨੌਲੇਜ ਤੋਂ ਬਾਅਦ ਵੀ ਨਹੀਂ ਕਰ ਪਾ ਰਹੇ ਬਈ, ਫਿਰ ਸੱਚੀ ਤੁਹਾਡੇ ਦਿਮਾਗ 'ਚ ਹੀ ਫਰਕ ਹੈਗਾ। ਹਾਂ ਯਾਰ, ਮਤਲਬ ਇਹ ਬਈ ਇੰਨਾ ਤਾਂ ਕੋਈ ਕੰਪਲੀਕੇਟਡ ਚੀਜ਼ ਹੀ ਹੈ ਨਹੀਂ ਗੀ। ਆਪਾਂ ਜਦੋਂ ਆਪਾਂ ਕੰਮ ਦਾ ਸ਼ੁਰੂ ਕੀਤਾ, ਆਪਾਂ ਚੈਟ GPT ਆਪਾਂ ਆਹੀ ਕੁਛ ਕਰ ਦਿੰਦੇ ਸੀ, ਇਹ ਜੀ ਅਸੀਂ ਪ੍ਰੌਂਪਟਸ ਪਾਉਂਦੇ ਹੁੰਦੇ ਸੀਗੇ ਕਿ ਬਈ top 5 businesses I want to get rich, ਮਤਲਬ ਇਹ ਕੁਝ ਮਤਲਬ ਉਹੀ ਬਿਨਾਂ ਸਭ ਕੁਛ ਨਹੀਂ ਪਤਾ ਸੀਗਾ ਕਿ ਕੋਈ ਇੰਨਾ ਸਪੈਸੀਫਿਕ ਹੋਣਾ ਹੈਗਾ। ਬਿਜ਼ਨਸ ਦਾ ਸਾਨੂੰ ਸਾਨੂੰ ਟਰਮਸ ਨਹੀਂ ਪਤਾ ਸੀ, ਬਿਜ਼ਨਸ ਕਿਵੇਂ ਚਲਾਉਣਾ ਹੈ, ਕੁਛ ਵੀ ਨਹੀਂ ਪਤਾ ਸੀਗਾ। ਅਤੇ ਪਰ ਆਪਾਂ ਵੀ ਚੈਟ GPT ਨੂੰ ਧੱਕੇ ਖਾ ਕੇ ਸਿੱਖਿਆ ਹੀ ਹੈਗਾ ਕਿ ਹਾਂ ਬਈ ਕੰਪਲੀਕੇਟਡ ਵਾਲੀ AIs ਵੀ ਹੁੰਦੇ ਹੈਗੇ, ਵਾਲੇ ਸਿਸਟਮ ਵੀ ਹੁੰਦੇ ਹੈਗੇ ਜਿਹੜੇ ਆਪਾਂ ਇੰਟੀਗ੍ਰੇਟ ਕਰ ਸਕਦੇ ਹਾਂ, ਇੰਟੀਗ੍ਰੇਸ਼ਨਸ ਦਾ, ਆਟੋਮੇਸ਼ਨਸ ਦਾ। ਫਿਰ ਧੱਕੇ ਖਾ ਕੇ ਆਪਾਂ ਨੂੰ ਪਤਾ ਲੱਗਿਆ ਹੈਗਾ, ਹੈ ਨਾ। ਅਤੇ ਆਪਾਂ ਨੂੰ ਜਿਵੇਂ ਆਪਾਂ ਸ਼ੁਰੂ ਕੀਤਾ ਸਾਰਾ ਕੁਛ ਉੱਥੇ ਹੀ ਸਿੱਖਿਆ ਹੈਗਾ। ਤੁਸੀਂ ਬਸ ਧੱਕੇ ਖਾਓ ਅਤੇ ਬਸ ਸਮਝ ਲੂੰਗੇ, ਮਤਲਬ ਏਡਾ ਕੋਈ ਕੰਪਲੀਕੇਟਡ ਹੈ ਨਹੀਂ ਗਾ, ਹੈ ਨਾ। ਅਤੇ ਮੈਂ ਤਾਂ ਇਹ ਕਹੂੰਗਾ ਕਿ ਆਪਾਂ AI ਨਾ ਹੁੰਦਾ ਤਾਂ ਭਰਾਵਾ ਆਪਣਾ ਕੁਛ ਨਹੀਂ ਬਣਨਾ ਸੀਗਾ। ਬਹੁਤ ਵੱਡਾ ਆਪਾਂ ਉਦੋਂ ਵੀ ਇਹ ਗੱਲਾਂ ਕਰਦੇ ਸੀਗੇ ਵੀ ਸ਼ੁਕਰ ਆ ਕਿ AI ਆ ਗਿਆ, ਕਿ ਨਹੀਂ ਤਾਂ ਆਪਣਾ ਤਾਂ ਬਸ ਕੁੰਡਾ ਹੋਇਆ ਕਿੰਨਾ ਕੁਛ ਸਿੱਖਣਾ ਪੈਣਾ ਸੀਗਾ ਬਹਿ ਕੇ, ਹੈ ਨਾ, ਆਪ। ਅਤੇ ਮਤਲਬ ਪੁਆਇੰਟ ਆ ਕਿ ਵੀ ਬਹੁਤ ਜ਼ਿਆਦਾ ਛੇਤੀ ਕੰਮ ਕਰ ਸਕਦੇ ਹੋ ਤੁਸੀਂ। ਸਾਰਾ ਇਹਦਾ ਮਤਲਬ ਆਹ ਹੈਗਾ, ਇਹਦਾ ਮਤਲਬ ਆਹ ਨਹੀਂ ਕਿ ਵੀ ਜੇ ਕੋਈ ਸੁਪਰ ਹਿਊਮਨ ਪਾਵਰ ਮਿਲ ਜੂਗੀ ਤੁਹਾਨੂੰ, ਤੁਹਾਡੇ ਕੰਮ ਛੇਤੀ ਹੋਣ ਲੱਗ ਜਾਣਗੇ ਜੇ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰੋਗੇ। ਇਹ ਤਾਂ ਬੈਠੇ ਬਈ ਸਰਚ ਮਾਰੀ ਜਾਓ ਬਈ top 10 businesses I can do in Canada, top 5 business I can make most money man, please help me। ਸੋ ਆਹ ਸਾਰਾ ਕੁਛ ਨਹੀਂ ਕੰਮ ਕਰੂਗਾ, ਥੋੜ੍ਹਾ ਸਪੈਸੀਫਿਕ ਹੋ, ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰੋ, ਅਤੇ ਇਹ ਤੁਹਾਡੇ ਲਈ ਬਹੁਤ ਕੁਛ ਕਰ ਸਕਦਾ। ਹਾਂ ਬਸ ਲੱਗੇ ਰਹੋ, ਮਾਰੋ ਜ਼ੋਰ ਮਾਰੋ, ਇਹ ਕਰੋ, ਬਸ ਆਪਣੇ ਆਪ ਸਮਝ ਆ ਜੂਗੀ। ਅਤੇ ਬਸ ਆਹ ਗੱਲ ਨਾ ਭੁੱਲਿਓ ਕਿ ਬਈ ਤੁਸੀਂ ਵੀ ਇੱਕ ਚੰਗੇ ਐਂਟਰਪ੍ਰੈਨਿਓਰ ਬਣ ਸਕਦੇ ਹੋ, ਚੰਗੇ ਬਿਜ਼ਨਸਮੈਨ ਬਣ ਸਕਦੇ ਹੈਗੇ ਹੋ। ਐਂਡ ਬਸ ਲੱਗੇ ਰਹੋ, ਮਿਹਨਤ ਕਰੋ, ਵੱਧ ਤੋਂ ਵੱਧ ਨੌਲੇਜ ਇਕੱਠੀ ਕਰੋ, ਅਤੇ ਆਪਦਾ ਬਿਜ਼ਨਸ ਛੇਤੀ ਸ਼ੁਰੂ ਕਰੋ, ਐਂਡ ਲਓ ਜ਼ਿੰਦਗੀ ਦੇ ਨਜ਼ਾਰੇ। ਹਾਂ, ਅਤੇ ਜੇ ਐਪੀਸੋਡ ਸੁਣਨ ਤੋਂ ਬਾਅਦ ਵੀ ਕੁਛ ਨਾ ਕੀਤਾ ਫਿਰ ਬਈ ਫਿਰ ਨਹੀਂ ਕੁਛ ਵੀ ਹੋਣ ਲੱਗਿਆ ਬਾਏ ਦ ਵੇ। ਹਾਂ, ਓਕੇ ਜੀ, ਬਾਏ ਬਾਏ, ਟਾਟਾ।